ਸ਼ੰਟੀ ਜੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਜੁਆਇਨ ਕੀਤਾ ਹੈਗਾ। ਸਰਨਾ ਧੜੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਘਰ ਵਾਪਸੀ ਕੀਤੀ ਗਈ ਹੈ। ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੈਂ ਪਹਿਲਾ ਚੁਣਾਵ ਲੜਿਆ ਸਨ 2007 ਜਨਵਰੀ ਦੇ ਵਿੱਚ, ਤੇ ਜਿੱਥੋਂ ਸ਼ੁਰੂਆਤ ਹੋਈ ਸੀ ਅੱਜ ਉੱਥੇ ਹੀ ਵਾਪਸ ਉਸੇ ਘਰ 'ਚ ਖੜਾ ਵਾਂ। ਜਦੋਂ ਜਨਰਲ ਇਲੈਕਸ਼ਨ ਵੀ ਹੁੰਦੀ ਸੀਗੀ, ਜਦੋਂ ਪ੍ਰਧਾਨ ਦੀ ਇਲੈਕਸ਼ਨ ਜਦੋਂ ਹੁੰਦੀ ਸੀਗੀ, ਉਦੋਂ ਵੀ ਤੁਹਾਡੀ ਗੈਰ ਹਾਜ਼ਰੀ ਵੀ ਮੰਨੀ ਜਾਂਦੀ ਸੀ। ਮੈਂ ਗੈਰ ਹਾਜ਼ਰ ਕਿਉਂ ਰਿਹਾ? ਕਿਉਂਕਿ ਮੈਂ ਇੰਡੀਪੈਂਡੈਂਟ ਚੁਣਾਵ ਲੜਿਆ ਸੀ। ਸਿਰਫ ਵੋਟਿੰਗ ਵਾਸਤੇ ਨਹੀਂ ਕਿਹਾ ਜਾਂਦਾ ਕਿ ਮੀਟਿੰਗਾਂ ਦੇ ਵਿੱਚ ਵੀ ਜਿਹੜਾ ਗੁਰਮੀਤ ਸਿੰਘ ਸ਼ੰਟੀ ਜਿਹੜਾ ਉਹ ਨਹੀਂ ਪਹੁੰਚਦਾ। ਇੱਕ ਇੰਡੀਪੈਂਡੈਂਟ ਮੈਂਬਰ ਹੋਣ ਦੇ ਨਾਤੇ ਮੈਨੂੰ ਕਈ ਤਰ੍ਹਾਂ ਦੇ ਡਰਾਵੇ ਪਾਏ ਗਏ ਸਨ ਕਿ ਇੰਡੀਪੈਂਡੈਂਟ ਇਹਨੂੰ ਇਸ ਤਰ੍ਹਾਂ ਘੇਰ ਲਾਂਗੇ, ਕੋਈ ਬਾਹਰ ਇਸ ਤਰ੍ਹਾਂ ਹੱਥ ਲਾ ਦੇਗਾ, ਕੋਈ ਕੁਝ ਕਰ ਲੇਗਾ, ਭਾਵੇਂ ਕਿਸੇ ਤਰ੍ਹਾਂ ਦੀ ਕੋਈ ਗਲਤ ਹਰਕਤ ਵੀ ਕਰਨਗੇ। ਉਸ ਮੀਟਿੰਗ ਦੇ ਵਿੱਚ ਗਿਆ ਸੀ ਔਰ ਸਾਰੇ ਮੁੱਦੇ ਚੁੱਕੇ ਸੀ ਔਰ ਸਾਰੀ ਕਰਪਸ਼ਨ ਦੇ ਮੈਟਰ ਉਹਦੇ ਨਾਲ ਲੜਾਈ ਓਪਨ ਲੜੀ ਸੀ ਉਸ ਮੈਦਾਨ ਦੇ ਵਿੱਚ। ਤੁਸੀਂ ਦਿੱਲੀ ਕਮੇਟੀ ਨੂੰ ਆਪਾਂ ਕਹਿ ਦਈਏ ਨਾ ਕਿ ਵੀ ਨੀਹਾਂ ਹਿਲਾ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਆਪਣੀ ਸੀਟ ਤੋਂ ਅਕਾਲੀ ਦਲ ਨੂੰ ਜਿਹੜਾ ਹੈਗਾ ਪ੍ਰਧਾਨਗੀ ਤੋਂ ਹਟਾਉਣਾ ਪਿਆ। ਜਦੋਂ ਮੈਨੂੰ ਮਨਜੀਤ ਸਿੰਘ ਜੀਕੇ ਦੇ ਖਿਲਾਫ ਜਿਹੜੇ ਕਾਗਜ਼ ਮਿਲੇ ਸੀ, ਉਹਨਾਂ ਕਾਗਜ਼ ਦੀ ਗਹਿਰਾਈ ਨੂੰ ਦੇਖਦੇ ਹੋਇਆ ਮੈਨੂੰ ਲੱਗਿਆ ਕਿ ਗੁਰੂ ਘਰ ਦੀ ਗੋਲਕ ਦੀ ਲੁੱਟ ਹੋਈ ਹੈ। ਮਨਜੀਤ ਸਿੰਘ ਜੀਕੇ ਨੂੰ ਪਾਰਟੀ ਤੋਂ ਲਾਂਬੇ ਲਾਣਾ ਸੀਗੇ, ਇਸ ਕਰਕੇ ਗੁਰਮੀਤ ਸਿੰਘ ਸ਼ੰਟੀ ਨੂੰ ਹਥਿਆਰ ਬਣਾ ਲਿਆ ਸੀਗਾ ਅਕਾਲੀ ਦਲ ਬਾਦਲ ਨੇ। ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਬੰਦਾ ਰਿਹਾ ਵਾਂ, ਤੇ ਜੇ ਮੈਂ ਰਿਹਾ ਹੁੰਦਾ ਤੇ ਫਿਰ ਮੈਂ ਇੰਡੀਪੈਂਡੈਂਟ ਚੁਣਾਵ ਲੜਨ ਦੀ ਹਿੰਮਤ ਨਾ ਕਰਦਾ। ਮਿਲ ਕੇ ਲੜਾਈ ਲੜਾਂਗੇ ਔਰ ਹਰ ਤਰ੍ਹਾਂ ਦੀ, ਭਾਵੇਂ ਮਨਜੀਤ ਸਿੰਘ ਜੀਕੇ ਦੇ ਖਿਲਾਫ ਕਰਪਸ਼ਨ ਦੀ ਲੜਾਈ ਹੋਵੇ, ਭਾਵੇਂ ਆਪਣੇ ਹੋਰ ਕਿਸੇ ਮੈਂਬਰ ਦੇ ਖਿਲਾਫ ਹੋਵੇ, ਅਸੀਂ ਉਸ ਨੂੰ ਡਟ ਕੇ ਲੜਾਂਗੇ। ਲੇਕਿਨ ਜਦੋਂ ਵਾਰੀ ਉੱਥੇ ਆਈ ਔਰ ਮੈਂ 5 ਚਿੱਠੀਆਂ ਲਿਖੀਆਂ ਕਰਪਸ਼ਨ ਨੂੰ ਲੈ ਕੇ, ਤਾਂ ਜਦੋਂ ਉਹਨਾਂ ਦਾ ਵਤੀਰਾ ਆਪਣਿਆਂ ਵਾਸਤੇ ਹੋਰ ਤੇ ਦੂਜਿਆਂ ਵਾਸਤੇ ਹੋਰ ਵੇਖਿਆ ਤੇ ਮੈਂ ਛੱਡ ਕੇ ਬਾਹਰ ਆ ਗਿਆ। ਅਕਾਲੀ ਦਲ ਬਾਦਲ 'ਚ ਅਸੀਂ ਕਿਹੜੀ ਕਰਪਸ਼ਨ ਦੇਖੀ ਜਿਹੜੀ ਤੁਸੀਂ ਛੱਡ ਕੇ ਆ ਗਏ, ਤੇ ਸਰਨਾ ਧੜੇ 'ਚ ਕਿਹੜੀ ਅਸੀਂ ਸਾਫ਼ ਛਵੀ ਦੇਖੀ ਕਿ ਤੁਹਾਨੂੰ ਤੁਸੀਂ ਇੱਥੇ ਵਾਪਸ? 5 ਚਿੱਠੀਆਂ ਮੈਂ ਦੇਵਾਂਗਾ, ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਕਰਪਸ਼ਨਸ ਨੇ, ਅਲੱਗ-ਅਲੱਗ ਤਰ੍ਹਾਂ ਦੇ ਮੇਰੇ ਇਲਜ਼ਾਮ ਨੇ। 2.5 ਮਹੀਨਿਆਂ ਦੇ ਵਿੱਚ ਜਦੋਂ ਇੱਕ ਮੈਂਬਰ ਦੀ ਚਿੱਠੀ ਦਾ ਜਵਾਬ ਨਾ ਮਿਲੇ ਕਿ ਜਿਹੜਾ ਮਰਜ਼ੀ ਆ ਕੇ ਸਾਡੇ ਸਮੇਂ ਦੇ ਵਿੱਚ ਗੁਰੂ ਘਰ ਦੀ 1 ਰੁਪਏ ਦੀ ਗੋਲਕ ਦਾ ਹਿਸਾਬ ਲੈ ਸਕਦਾ ਹੈ, ਤੇ ਆਮ ਸੰਗਤ ਨੂੰ ਕੀ ਜਵਾਬ ਦਿੱਤਾ ਜਾਏਗਾ? ਪਹਿਲਾਂ ਤਾਂ ਸਰਦਾਰ ਪਰਮਜੀਤ ਸਿੰਘ ਸਰਨਾ ਸਰੋਪਾ ਦੇਣਗੇ ਸਰਦਾਰ ਗੁਰਮੀਤ ਸਿੰਘ ਜੀ ਸ਼ੰਟੀ ਨੂੰ। ਦੂਸਰਾ ਇਹ ਲੈਟਰ ਦੇਣਗੇ ਸਰਦਾਰ ਗੁਰਮੀਤ ਸਿੰਘ ਜੀ ਸ਼ੰਟੀ ਨੂੰ। ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਸੈਕਟਰੀ ਜਨਰਲ ਜਿਹੜਾ ਹੈ ਇਹ ਨਿਯੁਕਤ ਕੀਤਾ ਜਾਂਦਾ ਹੈ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਸਮੇਂ ਤੇ ਜਨਰਲ ਸੈਕਟਰੀ ਰਹੇ ਗੁਰਮੀਤ ਸਿੰਘ ਸ਼ੰਟੀ, ਜੋ ਕਿ ਪਿਛਲੇ ਦਿਨੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੀ ਹਿੱਸਾ ਰਹੇ ਸੀਗੇ, ਪਰ ਤਕਰੀਬਨ ਕੁਝ ਦਿਨਾਂ ਪਹਿਲੇ ਜੋ ਹੈ ਉਹ ਪਾਰਟੀ ਨੂੰ ਛੱਡ ਕੇ ਆਏ ਨੇ ਔਰ ਅੱਜ ਜੋ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਧੜੇ ਨੂੰ ਜੁਆਇਨ ਕੀਤਾ। ਉਹਨਾਂ ਦੇ ਨਾਲ ਜੁੜਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੰਟੀ ਜੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਜੁਆਇਨ ਕੀਤਾ ਹੈਗਾ। ਸਰਨਾ ਧੜੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਘਰ ਵਾਪਸੀ ਕੀਤੀ ਗਈ ਹੈ, ਕਿਉਂਕਿ ਮੁੜ ਜਿਹੜਾ ਹੈਗਾ ਤੁਸੀਂ ਜਦੋਂ ਜਨਰਲ ਸੈਕਟਰੀ ਸੀਗੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹੀ ਹਿੱਸੇ ਸੀਗੇ, ਕੀ ਕਹਿਣਾ ਚਾਹੋਗੇ ਜੀ? ਜਨਰਲ ਸੈਕਟਰੀ ਤੇ ਚਲੋ ਮੈਂ ਬਾਅਦ ਚ ਬਣਿਆ, ਮੈਂ ਤਾਂ ਇਹ ਸਮਝਾਂਗਾ ਕਿ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੈਂ ਪਹਿਲਾ ਚੁਣਾਵ ਲੜਿਆ ਸਨ 2007 ਜਨਵਰੀ ਦੇ ਵਿੱਚ, ਉਹ ਸਰਨਾ ਸਾਹਿਬ ਨੇ ਹੀ ਦਾਸ ਨੂੰ 2006 ਦੇ ਵਿੱਚ ਇਸ ਵਾਰਡ ਨੰਬਰ 40 ਹੁੰਦਾ ਸੀ ਤਦ, ਉਸ ਦੇ ਵਿੱਚ ਜ਼ਿੰਮੇਵਾਰੀਆਂ ਜੋ ਦਿੱਤੀਆਂ ਸੀ, ਉਸ ਤੋਂ ਬਾਅਦ ਟਿਕਟ ਦਿੱਤੀ ਔਰ ਗੁਰੂ ਘਰ ਦੀ ਸੇਵਾ ਸੰਗਤ ਨੇ ਔਰ ਗੁਰੂ ਮਹਾਰਾਜ ਨੇ ਆਪ ਬਖਸ਼ੀ ਸੀ। ਤਾਂ ਇਹ ਤਾਂ ਸ਼ੁਰੂਆਤ ਹੀ ਉੱਥੋਂ ਹੋਈ ਸੀ, ਤੇ ਤਾਂ ਬਿਲਕੁਲ ਸੱਚ ਹੈ ਕਿ ਜਨਰਲ ਸੈਕਟਰੀ ਤੇ ਚਲੋ ਬਾਅਦ ਚ ਗੁਰੂ ਮਹਾਰਾਜ ਦੀ ਅਪਾਰ ਬਖਸ਼ੀ ਸਦਕਾ ਬਣੇ, ਤੇ ਜਿੱਥੋਂ ਸ਼ੁਰੂਆਤ ਹੋਈ ਸੀ ਅੱਜ ਉੱਥੇ ਹੀ ਵਾਪਸ ਉਸੇ ਘਰ 'ਚ ਖੜਾ ਵਾਂ, ਤੇ ਇੱਕ ਨਵੀਂ ਗੱਲ ਲੈ ਕੇ, ਇੱਕ ਨਵੀਂ ਸੋਚ ਲੈ ਕੇ, ਔਰ ਜਿਹੜੀਆਂ ਜੋ ਇਸ ਸਮੇਂ ਹਾਲਾਤ ਗੁਰੂ ਘਰ ਦੇ ਵਿੱਚ ਚੱਲ ਰਹੇ ਹਨ ਉਸ ਨੂੰ ਜੋ ਕਮੀਆਂ ਹਨ ਉਸ ਨੂੰ ਦੂਰ ਕਰਨ ਦਾ ਜੋ ਉਪਰਾਲਾ। ਘਰ ਵਾਪਸੀ ਇਕੱਲੇ ਹੋਈ ਹੈ ਜਾਂ ਕੀ ਹੈ? ਕਿਉਂਕਿ ਦੇਖਿਆ ਜਾਏ ਤਾਂ ਤੁਸੀਂ ਪਿਛਲੇ 4-5 ਸਾਲ ਤੋਂ ਇੱਕ ਐਸੇ ਮੈਂਬਰ ਰਹੇ ਜੋ ਕਿ ਤੁਸੀਂ ਕਈ ਵਾਰੀ ਜਦੋਂ ਜਨਰਲ ਇਲੈਕਸ਼ਨ ਵੀ ਹੁੰਦੀ ਸੀਗੀ, ਜਦੋਂ ਪ੍ਰਧਾਨ ਦੀ ਇਲੈਕਸ਼ਨ ਜਦੋਂ ਹੁੰਦੀ ਸੀਗੀ, ਉਦੋਂ ਵੀ ਤੁਹਾਡੀ ਗੈਰ ਹਾਜ਼ਰੀ ਵੀ ਮੰਨੀ ਜਾਂਦੀ ਸੀਗੀ, ਉਦੋਂ ਗੈਰ ਹਾਜ਼ਰ ਵੀ ਤੁਸੀਂ ਰਹਿੰਦੇ ਸੀਗੇ, ਪਰ ਫਿਰ ਵੀ 2-3-4 ਸਾਲਾਂ ਦੇ ਵਿੱਚ ਐਸੇ ਤੁਸੀਂ ਦਿੱਲੀ ਕਮੇਟੀ ਨੂੰ ਆਪਾਂ ਕਹਿ ਦਈਏ ਨਾ ਕਿ ਵੀ ਨੀਹਾਂ ਹਿਲਾ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਆਪਣੀ ਸੀਟ ਤੋਂ ਅਕਾਲੀ ਦਲ ਨੂੰ ਜਿਹੜਾ ਹੈਗਾ ਪ੍ਰਧਾਨਗੀ ਤੋਂ ਹਟਾਉਣਾ ਪਿਆ। ਕਿ ਹੁਣ ਤੁਹਾਡਾ ਜਿਹੜਾ ਹੈਗਾ ਕਿ ਉਸੇ ਚੀਜ਼ ਨੂੰ ਲੈ ਕੇ ਕਿ ਉਸੇ ਤਰੀਕੇ ਰਵੱਈਆ ਰਹੇਗਾ, ਗੈਰ ਹਾਜ਼ਰ ਰਹੋਗੇ ਜਾਂ ਕਿਸ ਤਰ੍ਹਾਂ? ਦੇਖੋ ਗੱਲ ਹੈ ਕਿ ਮੈਂ ਜਦੋਂ ਗੈਰ ਹਾਜ਼ਰ ਰਿਹਾ ਵਾਂ ਉਹ ਜਦੋਂ ਇਲੈਕਸ਼ਨ ਜਨਰਲ ਇਲੈਕਸ਼ਨ ਹੁੰਦੇ ਨੇ ਉਸ ਤੋਂ ਬਾਅਦ ਜਦੋਂ ਪ੍ਰਧਾਨ ਦੀ ਜਾਂ ਉਸ ਦੀ ਬੋਡੀ ਦੀ ਜਿਹੜੀ ਚੁਣਾਵ ਹੁੰਦਾ ਉਸ ਦੇ ਵਿੱਚ ਗੈਰ ਹਾਜ਼ਰ ਰਿਹਾ, ਕਿਉਂਕਿ 2017 ਵਿੱਚ 13 ਵਿੱਚ ਮੈਂ ਗੈਰ ਹਾਜ਼ਰ ਨਹੀਂ ਸੀਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਆਇਆ ਸੀ, ਤੇ ਤਦ ਮੈਂ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਕਿਉਂਕਿ ਮੈਂ ਉਸ ਟਾਈਮ ਉਹਨਾਂ ਦੀ ਟਿਕਟ ਤੋਂ ਹੀ ਲੜਿਆ ਸੀ।
ਉਸ ਤੋਂ ਬਾਅਦ ਜਿਹੜੀਆਂ 2017 ਦੀ ਚੋਣ ਹੋਏ ਆ ਤੇ ਮੈਂ ਗੈਰ ਹਾਜ਼ਰ ਕਿਉਂ ਰਿਹਾ, ਕਿਉਂਕਿ ਮੈਂ ਇੰਡੀਪੈਂਡੈਂਟ ਚੁਣਾਵ ਲੜਿਆ ਸੀ, ਮੈਂ ਕਿਸੇ ਪਾਰਟੀ ਤੋਂ ਚੁਣਾਵ ਨਹੀਂ ਲੜਿਆ ਸੀ। ਤੇ ਜਦੋਂ ਕਿਸੇ ਪਾਰਟੀ ਦਾ ਬਹੁਮਤ ਹੋਵੇ, ਮੈਜੋਰਟੀ ਉਸ ਦੀ ਹੋਵੇ, ਤੇ ਪਤਾ ਹੁੰਦਾ ਹੈ ਕਿ ਅੱਜ ਹੁਣ ਇਸ ਪਾਰਟੀ ਨੂੰ ਹੀ ਗੁਰੂ ਘਰ ਦੀ ਜੋ ਸੇਵਾ ਦੀ ਜ਼ਿੰਮੇਵਾਰੀ ਜਿਹੜੀ ਹੈ ਮਿਲਣੀ ਹੈ। ਤੇ ਇਸ ਕਰਕੇ ਉਸ ਟਾਈਮ ਗੈਰ ਹਾਜ਼ਰ ਰਹਿਣ ਦਾ ਜਾਂ ਹਾਜ਼ਰ ਰਹਿਣ ਦਾ ਉਸ ਜਨਰਲ ਮੀਟਿੰਗ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ। ਨਹੀਂ, ਪਰ ਕੱਲੇ ਚਲੋ ਵੋਟਿੰਗ ਵਾਸਤੇ ਨਹੀਂ ਕਿਹਾ ਜਾਂਦਾ ਕਿ ਮੀਟਿੰਗਾਂ ਦੇ ਵਿੱਚ ਵੀ ਜਿਹੜਾ ਗੁਰਮੀਤ ਸਿੰਘ ਸ਼ੰਟੀ ਜਿਹੜਾ ਉਹ ਨਹੀਂ ਪਹੁੰਚਦੇ। ਨਹੀਂ, ਜਦੋਂ ਵੀ ਜਨਰਲ ਇਜਲਾਸ ਸੱਦਿਆ ਗਿਆ ਹੈ ਵੋਟਿੰਗ ਵਾਲੇ ਮੈਟਰ ਤੋਂ ਬਾਅਦ, ਉਸ ਦੇ ਵਿੱਚ ਮੇਰੀ ਹਾਜ਼ਰੀ ਰਹੀ ਹੈ ਔਰ ਵੱਧ ਚੜ ਕੇ ਰਹੀ ਹੈ, ਔਰ ਉੱਥੇ ਜੜੀਆਂ ਗੱਲਾਂ, ਜਿਹੜੇ ਪੁਆਇੰਟਸ, ਜਿਹੜੇ ਮੁੱਦੇ ਮੈਂ ਚੁੱਕੇ ਹਨ, ਸ਼ਾਇਦ ਉਹਦੇ ਅੱਜ ਵੀ ਪ੍ਰੂਫ ਮੌਜੂਦ ਹਨ। ਭਾਵੇਂ ਉਹ ਮਨਜੀਤ ਸਿੰਘ ਜੀਕੇ ਜਦੋਂ ਪ੍ਰਧਾਨ ਸੀ ਤਦ ਵੀ ਉਸਨੇ ਜਨਰਲ ਹਾਊਸ ਸੱਦਿਆ ਸੀ, ਤੇ ਇੱਕ ਇੰਡੀਪੈਂਡੈਂਟ ਮੈਂਬਰ ਹੋਣ ਦੇ ਨਾਤੇ ਮੈਨੂੰ ਕਈ ਤਰ੍ਹਾਂ ਦੇ ਡਰਾਵੇ ਪਾਏ ਗਏ ਸਨ ਕਿ ਇੰਡੀਪੈਂਡੈਂਟ ਇਹਨੂੰ ਇਸ ਤਰ੍ਹਾਂ ਘੇਰ ਲਾਂਗੇ, ਕੋਈ ਬਾਹਰ ਇਸ ਤਰ੍ਹਾਂ ਹੱਥ ਲਾ ਦੇਗਾ, ਕੋਈ ਕੁਝ ਕਰ ਲੇਗਾ, ਭਾਵੇਂ ਕਿਸੇ ਤਰ੍ਹਾਂ ਦੀ ਕੋਈ ਗਲਤ ਹਰਕਤ ਵੀ ਕਰਨਗੇ। ਲੇਕਿਨ ਦਾਸ ਨੇ ਸੰਗਤ ਦਾ ਨੁਮਾਇੰਦਾ ਹੋਣ ਦੇ ਨਾਤੇ ਗੁਰੂ ਘਰ ਦੀ ਜੋ ਸੇਵਾ ਦਾਸ ਨੂੰ ਸੰਗਤ ਨੇ ਬਖਸ਼ੀ ਸੀ, ਗੁਰੂ ਮਹਾਰਾਜ ਨੇ ਬਖਸ਼ੀ ਸੀ, ਚੋੜੇ ਹੋ ਕੇ ਬਿਲਕੁਲ ਉਸ ਗੁਰੂ ਮਹਾਰਾਜ ਕੋਲੋਂ ਬਲ ਬੁੱਧੀ ਬਖਸ਼ਿਸ਼ ਲੈ ਕੇ ਉਸ ਮੀਟਿੰਗ ਦੇ ਵਿੱਚ ਗਿਆ ਸੀ, ਔਰ ਸਾਰੇ ਮੁੱਦੇ ਚੁੱਕੇ ਸੀ, ਔਰ ਸਾਰੀ ਕਰਪਸ਼ਨ ਦੇ ਮੈਟਰ ਉਹਦੇ ਨਾਲ ਲੜਾਈ ਓਪਨ ਲੜੀ ਸੀ ਉਸ ਮੈਦਾਨ ਦੇ ਵਿੱਚ ਵੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੇ ਵਿੱਚ ਗਏ ਤੁਸੀਂ, ਉਦੋਂ ਗੱਲਬਾਤ ਨਹੀਂ ਹੋ ਪਾਈ, ਕੋਈ ਖਾਸ ਕਾਰਨ ਸੀਗਾ ਜੋ ਉੱਤੇ ਤੁਸੀਂ ਸ਼ਾਮਲ ਹੋਏ ਸੀਗੇ? ਵੈਸੇ ਜੋੜ ਕੇ ਆਹੀ ਦੇਖਿਆ ਜਾ ਰਿਹਾ ਸੀਗਾ ਕਿ ਸ਼ਾਇਦ ਮਨਜੀਤ ਸਿੰਘ ਜੀਕੇ ਨੂੰ ਪਾਰਟੀ ਤੋਂ ਲਾਂਭੇ ਲਾਣਾ ਸੀਗੇ, ਇਸ ਕਰਕੇ ਗੁਰਮੀਤ ਸਿੰਘ ਸ਼ੰਟੀ ਨੂੰ ਹਥਿਆਰ ਬਣਾ ਲਿਆ ਸੀਗਾ ਅਕਾਲੀ ਦਲ ਬਾਦਲ ਨੇ, ਇਨਡਾਇਰੈਕਟ ਤਰੀਕੇ ਦੇ ਨਾਲ ਸਾਇਲੈਂਟ ਹਥਿਆਰ ਜਿਹਨੂੰ ਚਲਾਇਆ ਸੀਗਾ। ਦੇਖੋ, ਮੈਂ ਕਿਸੇ ਦਾ ਨਾ ਕਦੇ ਉਹ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਬੰਦਾ ਰਿਹਾ ਵਾਂ, ਤੇ ਜੇ ਮੈਂ ਰਿਹਾ ਹੁੰਦਾ ਤੇ ਫਿਰ ਮੈਂ ਇੰਡੀਪੈਂਡੈਂਟ ਚੁਣਾਵ ਲੜਨ ਦੀ ਹਿੰਮਤ ਨਾ ਕਰਦਾ। ਜਦੋਂ ਮੈਨੂੰ ਮਨਜੀਤ ਸਿੰਘ ਜੀਕੇ ਦੇ ਖਿਲਾਫ ਜਿਹੜੇ ਕਾਗਜ਼ ਮਿਲੇ ਸੀ, ਉਹਨਾਂ ਕਾਗਜ਼ ਦੀ ਗਹਿਰਾਈ ਨੂੰ ਦੇਖਦੇ ਹੋਇਆ ਮੈਨੂੰ ਲੱਗਿਆ ਕਿ ਗੁਰੂ ਘਰ ਦੀ ਗੋਲਕ ਦੀ ਲੁੱਟ ਹੋਈ ਹੈ, ਗੁਰੂ ਘਰ ਦੀ ਗੋਲਕ ਦੀ ਦੁਰਵਰਤੋਂ ਹੋਈ ਹੈ, ਤੇ ਮੈਂ ਉਸ ਲੜਾਈ ਨੂੰ ਲੜਿਆ। ਜੇ ਮੈਨੂੰ ਕੋਈ ਐਵੇਂ ਹੀ ਉਲਟੇ ਪੁਲਟੇ ਕਾਗਜ਼, ਨਕਲੀ ਕਾਗਜ਼ ਮੇਰੇ ਹੱਥ ਪਕੜਾ ਦਿੰਦਾ ਤੇ ਮੈਂ ਥੋੜੀ ਉਸ ਦੇ ਕਹਿਣ ਦੇ ਉੱਤੇ ਐਡੀ ਵੱਡੀ ਲੜਾਈ ਲੜਨ ਜਾ ਰਿਹਾ ਸੀ। ਜਦੋਂ ਬਾਦਲ ਚ ਕਿਉਂ ਗਏ? ਅਕਾਲੀ ਦਲ ਬਾਦਲ ਹੀ ਜਦੋਂ ਗਿਆ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਜਿਹੜੀ ਕਰਪਸ਼ਨਸ ਹੈ ਨੇ, ਉਸ ਦਾ ਅਸੀਂ ਮਿਲ ਕੇ ਲੜਾਈ ਲੜਾਂਗੇ, ਔਰ ਹਰ ਤਰ੍ਹਾਂ ਦੀ, ਭਾਵੇਂ ਮਨਜੀਤ ਸਿੰਘ ਜੀਕੇ ਦੇ ਖਿਲਾਫ ਕਰਪਸ਼ਨ ਦੀ ਲੜਾਈ ਹੋਵੇ, ਭਾਵੇਂ ਆਪਣੇ ਹੋਰ ਕਿਸੇ ਮੈਂਬਰ ਦੇ ਖਿਲਾਫ ਹੋਵੇ, ਅਸੀਂ ਉਸ ਨੂੰ ਡਟ ਕੇ ਲੜਾਂਗੇ। ਲੇਕਿਨ ਜਦੋਂ ਵਾਰੀ ਉੱਥੇ ਆਈ ਔਰ ਮੈਂ 5 ਚਿੱਠੀਆਂ ਲਿਖੀਆਂ ਕਰਪਸ਼ਨ ਨੂੰ ਲੈ ਕੇ, ਤਾਂ ਜਦੋਂ ਉਹਨਾਂ ਦਾ ਵਤੀਰਾ ਆਪਣੇ ਵਾਸਤੇ ਹੋਰ ਤੇ ਦੂਜਿਆਂ ਵਾਸਤੇ ਹੋਰ ਵੇਖਿਆ, ਤੇ ਮੈਂ ਛੱਡ ਕੇ ਬਾਹਰ ਆ ਗਿਆ। ਤੁਸੀਂ ਕਹਿ ਰਹੇ ਹੋ ਕਿ ਕਰਪਸ਼ਨ ਦੀ ਲੜਾਈ ਹਮੇਸ਼ਾ ਤੁਸੀਂ ਲੜਦੇ ਰਹੇ ਤੇ ਲੜਦੇ ਰਹੋਗੇ, ਔਰ ਅੱਛੀ ਗੱਲ ਹੈ, ਇੱਕ ਮੈਂਬਰ ਦਾ ਫਰਜ਼ ਵੀ ਇਹੀ ਹੁੰਦਾ। ਤੇ ਅਕਾਲੀ ਦਲ ਬਾਦਲ 'ਚ ਅਸੀਂ ਕਿਹੜੀ ਕਰਪਸ਼ਨ ਦੇਖੀ ਜਿਹੜੀ ਤੁਸੀਂ ਛੱਡ ਕੇ ਆ ਗਏ, ਤੇ ਸਰਨਾ ਧੜੇ 'ਚ ਕਿਹੜੀ ਅਸੀਂ ਸਾਫ਼ ਛਵੀ ਦੇਖੀ ਕਿ ਤੁਹਾਨੂੰ ਤੁਸੀਂ ਇੱਥੇ ਵਾਪਸ ਆਏ? ਮੈਂ 5 ਚਿੱਠੀਆਂ ਅਕਾਲੀ ਦਲ ਬਾਦਲ ਦੇ ਵਿੱਚ ਰਹਿੰਦਿਆਂ ਹੋਇਆਂ, ਮੈਂਬਰ ਰਹਿੰਦਿਆਂ ਹੋਇਆ ਵਿੱਚ ਲਿਖੀਆਂ। ਤੁਸੀਂ ਚਾਹੋ ਤਾਂ ਮੇਰੇ ਕੋਲ ਲੈ ਲੈਣਾ, ਪ੍ਰੈਸ ਕਾਨਫਰੰਸ ਮੈਂ ਕੀਤੀ ਸੀ ਆਲਰੇਡੀ। ਜਦੋਂ ਮੈਂ ਪਾਰਟੀ ਛੱਡੀ ਸੀ, ਮੈਂ ਸਾਰਿਆਂ ਨੂੰ ਉਹਦੀ ਕਾਪੀਆਂ ਦਿੱਤੀਆਂ ਸੀ। 5 ਚਿੱਠੀਆਂ ਮੈਂ ਦੇਵਾਂਗਾ, ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਕਰਪਸ਼ਨਸ ਨੇ, ਅਲੱਗ-ਅਲੱਗ ਤਰ੍ਹਾਂ ਦੇ ਮੇਰੇ ਇਲਜ਼ਾਮ ਨੇ, ਜਿਹਦਾ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਕਦੇ ਵੀ ਦਿੱਤਾ ਗਿਆ। 15 ਦਿਨ ਦਾ ਉਹਨਾਂ ਨੂੰ ਗੈਪ ਦਿੱਤਾ ਗਿਆ, ਮਤਲਬ 75 ਦਿਨ ਦਾ ਮਤਲਬ ਹੋਗਾ 2.5 ਮਹੀਨਿਆਂ ਦੇ ਵਿੱਚ ਜਦੋਂ ਇੱਕ ਮੈਂਬਰ ਦੀ ਚਿੱਠੀ ਦਾ ਜਵਾਬ ਨਾ ਮਿਲੇ, ਉਹ ਜਿਹੜੇ ਇਲਜ਼ਾਮ ਲਗਾਏ ਉਹਦੇ ਜਵਾਬ ਨਾ ਦਿੱਤੇ ਜਾਣ, ਔਰ ਡੰਕੇ ਇਸ ਗੱਲ ਦੇ ਪਿੱਟੇ ਜਾਣ ਸਟੇਜਾਂ ਤੋਂ ਉੱਤੇ ਕਿ ਜਿਹੜਾ ਮਰਜ਼ੀ ਆ ਕੇ ਸਾਡੇ ਸਮੇਂ ਦੇ ਵਿੱਚ ਗੁਰੂ ਘਰ ਦੀ 1-1 ਰੁਪਈਏ ਦੀ ਗੋਲਕ ਦਾ ਹਿਸਾਬ ਲੈ ਸਕਦਾ ਹੈ। ਤੇ ਮੈਂ ਕਿਹਾ ਜਦ ਇੱਕ ਮੌਜੂਦਾ ਮੈਂਬਰ ਨੂੰ ਇਸ ਤਰ੍ਹਾਂ ਦੀ ਉਹਦੀ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ, ਤੇ ਆਮ ਸੰਗਤ ਨੂੰ ਕੀ ਜਵਾਬ ਦਿੱਤਾ ਜਾਏਗਾ? ਜਿਹਦੇ ਵਿੱਚ ਖਾਸ ਤੌਰ ਤੇ ਹਰਮੀਤ ਸਿੰਘ ਕਾਲਕਾ ਦਾ ਪੀਏ ਮਨਪ੍ਰੀਤ ਸਿੰਘ ਮੰਨੂ, ਜਿਸ ਦੇ ਬਾਰੇ ਮੈਂ ਇੱਕੋ ਕਰਪਸ਼ਨ ਮੇਨ ਦੱਸ ਰਿਹਾ ਵਾਂ, ਬਾਕੀ ਅਲੱਗ ਤਰ੍ਹਾਂ ਦੀਆਂ ਹਨ, ਜਿਸ ਦੇ ਵਿੱਚ 13,65,000 ਰੁਪਏ ਉਸ ਦੇ ਨਾਮ ਲੋਨ ਸੀ। ਉਹ ਲੋਨ ਨੂੰ ਲੈ ਕੇ ਇਹਨਾਂ ਨੇ ਕੋਰਟ ਦੇ ਵਿੱਚ ਕੇਸ ਪਾਇਆ। 2 ਲੋਨ ਪਰਮ ਜੀਵਨ ਜੋਤ ਸਿੰਘ ਮਨਜੀਤ ਸਿੰਘ ਜੀਕੇ ਦਾ ਪੀਏ ਸੀ, ਉਹਦੇ ਨਾਂ ਤੇ ਸੀ 50 ਲੱਖ ਔਰ 30 ਲੱਖ। ਇਹ 3 ਕੇਸਾਂ ਨੂੰ ਲੈ ਕੇ ਇਹਨਾਂ ਨੇ ਪਟਿਆਲਾ ਕੋਰਟ ਦੇ ਵਿੱਚ ਕੇਸ ਪਾਇਆ, ਜਿਹੜਾ ਅੱਜ ਵੀ ਚੱਲ ਰਿਹਾ ਹੈ। ਲੇਕਿਨ ਆਪਣੇ ਪੀਏ ਮਨਪ੍ਰੀਤ ਮੰਨੂ ਦੇ ਨਾਲ ਜਿਹੜਾ 13,65,000 ਰੁਪਏ ਲੋਨ ਖੜਾ ਸੀ, ਉਸ ਨੂੰ ਇਹਨਾਂ ਨੇ ਰਾਈਟ ਆਫ ਕਰਤਾ। ਤੇ ਮੇਰਾ ਕੁਐਸਚਨ ਸੀ ਕਿ ਅਗਰ ਮਨਪ੍ਰੀਤ ਸਿੰਘ ਮੰਨੂ ਤੁਹਾਡੇ ਪੀਏ ਨੇ ਪੈਸੇ ਲਏ, ਉਹ ਜਾ ਕੇ ਮਨਜੀਤ ਸਿੰਘ ਜੀਕੇ ਨੂੰ ਕਿਵੇਂ ਦੇ ਆਇਆ? ਮਨਜੀਤ ਸਿੰਘ ਜੀਕੇ ਦਾ ਪੀਏ ਤੇ ਉਹਨੂੰ ਪੈਸੇ ਦੇ ਸਕਦਾ ਹੈ, ਤੁਹਾਡੇ ਪੀਏ ਨੇ ਵੀ ਜੋ ਉਹਨੂੰ ਦੇ ਦਿੱਤੇ, ਤੇ ਫਿਰ ਇੱਕ ਪਾਸੇ ਤੁਸੀਂ ਕੋਰਟ 'ਚ ਕੇਸ ਪਾਇਆ, ਦੂਜੇ ਪਾਸੇ ਤੁਸੀਂ ਉਸ ਪੈਸੇ ਨੂੰ ਰਾਈਟ ਆਫ ਕਰਤਾ। ਇਹਨਾਂ ਗੱਲਾਂ ਦਾ ਜਦੋਂ ਜਵਾਬ ਨਹੀਂ ਮਿਲੇ, ਤੇ ਮੈਂ ਇਹਨਾਂ ਗੱਲਾਂ ਦੀ ਲੜਾਈ ਹੁਣ ਬਾਹਰ ਰਹਿ ਕੇ ਲੜਾਂਗਾ। ਆਖਰੀ ਸਵਾਲ ਰਹੇਗਾ, ਅਕਾਲੀ ਦਲ ਦਿੱਲੀ ਦੇ ਵਿੱਚ ਆਏ ਹੋ, ਅਗਲੀ ਕੀ ਸਟ੍ਰੈਟੇਜੀ ਰਹੇਗੀ? ਕਿਉਂਕਿ ਇਲੈਕਸ਼ਨ ਦਾ ਵਿਗਲ ਤਕਰੀਬਨ ਵੱਜਿਆ ਹੀ ਵੱਜਿਆ ਹੈ, ਹੋਰ 2-4-5 ਮਹੀਨਿਆਂ ਨੂੰ ਕਿਸੇ ਕੋਈ ਵੀ ਕਦੋਂ ਵੀ ਤਰੀਕ ਆ ਸਕਦੀ ਆ, ਕਦੀ ਵੀ ਵੋਟਾਂ ਦਾ ਕੰਮ ਸ਼ੁਰੂ ਹੋ ਸਕਦਾ। ਹੁਣ ਨੈਕਸਟ ਕਿਹੜੇ ਏਜੰਡੇ ਦੇ ਉੱਪਰ ਤੁਸੀਂ ਆਪਣੀ ਇਲੈਕਸ਼ਨ ਲੜੋਗੇ? ਸਭ ਤੋਂ ਪਹਿਲਾਂ ਤਾਂ ਏਜੰਡਾ ਹੈਗਾ ਜੋ ਇਸ ਟਾਈਮ ਗੁਰੂ ਘਰ ਦੇ ਵਿੱਚ ਸਿੱਖੀ ਦਾ ਕਾਣ ਹੋਇਆ ਹੈ, ਜੋ ਗੁਰੂ ਪੰਥ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ, ਭਾਵੇਂ ਉਹ ਵਿਦਿਅਕ ਅਧਿਆਰਾਂ ਨੂੰ ਲੈ ਕੇ ਹੋਵੇ, ਭਾਵੇਂ ਗੁਰੂ ਘਰ ਦੀ ਗੋਲਕ ਦੀ ਜਿਹੜੀ ਦੁਰਵਰਤੋਂ ਹੋਵੇ, ਭਾਵੇਂ ਗੁਰੂ ਘਰ ਦੀ ਲੁੱਟ ਹੋਵੇ, ਉਹ ਇੱਕ ਏਜੰਡਾ ਤੇ ਜਿੱਥੇ ਹੋਏਗਾ ਹੀ ਹੋਏਗਾ। ਦੂਸਰਾ ਏਜੰਡਾ ਹੋਏਗਾ ਇੱਕ ਪੋਜ਼ਿਟਿਵ ਥਿੰਕਿੰਗ ਦੇ ਨਾਲ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਅਜਿਹੇ ਉਪਰਾਲੇ ਕਰਨਾ ਕਿ ਜੋ ਕਾਂਡ ਪਿਛਲੇ ਇਹਨਾਂ 7-8 ਸਾਲਾਂ ਦੇ ਵਿੱਚ ਹੋਇਆ, ਉਸ ਨੂੰ ਵਾਪਸ ਉਸ ਦਾ ਮਿਆਰ ਤੇ ਪਹੁੰਚਾਇਆ ਜਾਵੇ। ਗੁਰੂ ਘਰ ਦੀ ਗੋਲਕ ਦੀ ਦੁਰਵਰਤੋਂ ਬੰਦ ਹੋਵੇ, ਗੁਰੂ ਘਰ ਦੀ ਲੁੱਟ ਭਾਵੇਂ ਕੋਈ ਵੀ ਹੋਵੇ ਕਰਨ ਵਾਲਾ, ਉਸ ਦੇ ਖਿਲਾਫ ਸਖਤ ਐਕਸ਼ਨ ਲਏ ਜਾਣ। ਔਰ ਇਸ ਦੇ ਨਾਲ ਹੀ ਮੈਂ ਸਮਝਦਾ ਕਿ
ਵਿਦਿਅਕ ਅਦਾਰੇ ਜਿਹੜੇ ਬੰਦ ਹੋਣ ਦੇ ਕਗਾਰ ਦੇ ਉੱਤੇ ਹਨ ਉਹਨਾਂ ਨੂੰ ਉਹਨਾਂ ਦੀ ਟਿਕਾਣੇ ਦੇ ਉੱਤੇ ਵਾਪਸ ਉਹਨਾਂ ਦਾ ਮਿਆਰ ਹਾਸਲ ਕਰਨਾ ਔਰ ਸਿੱਖ ਪੰਥ ਨੂੰ ਉਹਨਾਂ ਦੇ ਵਿਦਿਅਕ ਅਦਾਰੇ ਉਹਨਾਂ ਦੀ ਜਿਹੜੇ ਹੋਰ ਕਈ ਤਰ੍ਹਾਂ ਦੇ ਕਾਲਜ ਨੇ ਜਾਂ ਬਾਲਾ ਸਾਹਿਬ ਦਾ ਜਿਹੜਾ ਹਸਪਤਾਲ ਹੈ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਲਿਜਾ ਕੇ ਇੱਕ ਅਜਿਹਾ ਮਿਆਰ ਕਾਇਮ ਕਰਨਾ ਕਿ ਜਿੱਥੇ ਪਹਿਲਾਂ ਸੀ ਅਸੀਂ ਉਸ ਗੱਲ ਨੂੰ ਵਾਪਸ ਸਥਾਪਿਤ ਕਰ ਸਕੀਏ। ਠੀਕ ਹੈ, ਬਹੁਤ ਬਹੁਤ ਧੰਨਵਾਦ ਕਰਦੇ ਸ਼ੰਟੀ ਜੀ, ਤੁਸੀਂ ਆਏ ਹੈਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਵਕਤ ਭਰਾ ਘਰ ਵਾਪਸ ਆਵੇ ਉਹ ਇੱਕ ਬੜਾ ਖੁਸ਼ੀ ਦਾ ਦਿਨ ਹੁੰਦਾ ਹੈ ਔਰ ਇਸ ਵਕਤ ਮੈਂ ਸਮਝਦਾ ਵੀ ਗੁਰਮੀਤ ਸਿੰਘ ਸ਼ੰਟੀ ਦੇ ਹੱਥ ਦੇ ਵਿੱਚ ਪੰਥ ਦੀ ਨਬਜ਼ ਹੈਗੀ, ਸੰਗਤ ਦੀ ਨਬਜ਼ ਹੈਗੀ। ਇਹਨਾਂ ਨੇ ਮਹਿਸੂਸ ਕੀਤਾ ਵੀ ਅੱਜ ਜੋ ਅਨਰਥ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਬਾਦਲਾਂ ਨੇ ਮਚਾਇਆ ਹੋਇਆ ਹੈ, ਇਸ ਅਨਰਥ ਤੋਂ ਅਸੀਂ ਸਾਰੇ ਇਕੱਠੇ ਹੋ ਕੇ ਤਾਂ ਹੀ ਅਸੀਂ ਇਹਨਾਂ ਤੋਂ ਨਿਜਾਤ ਜਿਹੜੀ ਉਹ ਪਾ ਸਕਦੇ ਹਾਂ। ਮੈਂ ਇਹਦਾ ਵੈਲਕਮ ਕਰਦਾ ਹਾਂ। ਮਨ ਕੈਸੀ ਨਾ ਹੋਰ ਵੀ ਸ਼ਾਮਿਲ ਹੋਣ ਦੀ ਉਮੀਦ ਹੈ। ਹਾਂਜੀ, ਗੁਰਮੀਤ ਸਿੰਘ ਛੱਡੀ ਆਏ ਤੇ ਛੱਡ ਕੇ ਕਿਆ ਲੱਗਦਾ ਕਿ ਹੋਰ ਵੀ ਉਸ ਤੋਂ ਬਾਅਦ ਲੋਕ ਛੱਡ ਕੇ ਆ ਸਕਦੇ ਨੇ? ਹਫ਼ਤੇ ਤੱਕ ਦੱਸਾਂਗੇ। ਰਾਈਟ ਥਿੰਕਿੰਗ ਅੱਜ ਇਹਨਾਂ ਦੇ ਆਉਣ ਤੋਂ ਬਾਅਦ ਉਹਨਾਂ ਦੇ ਦਿਲ ਹਿੱਲ ਗਏ ਨੇ ਵੀ ਉਹਨਾਂ ਨੇ ਵੀ ਪ੍ਰੋਗਰਾਮ ਜਿਹੜਾ ਅੱਧਾ ਪਚੱਧਾ ਸੀ ਉਹ ਪੂਰਾ ਕਰ ਲਿਆ। ਬਾਕੀ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਬਈ ਆਉਣ ਵਾਲੇ ਸਮੇਂ ਦੇ ਵਿੱਚ ਗੁਰਮੀਤ ਸਿੰਘ ਸ਼ੰਟੀ ਦੇ ਸਿਰ ਤੇ ਵੱਡੀ ਜ਼ਿੰਮੇਵਾਰੀ ਪੈਣ ਵਾਲੀ ਹੈ। ਇਹ ਆਪਣੀ ਤਿਆਰੀ ਕਰ ਲੈਣ। ਚੋਰਾਂ ਨੂੰ ਪੂਰੀ ਤਰ੍ਹਾਂ ਨੱਪਣ ਵਾਸਤੇ ਅਸੀਂ ਇਹਨੂੰ ਇੰਚਾਰਜ ਵੀ ਬਣਾਉਣਾ ਹੈ। ਇਹਨਾਂ ਨੂੰ ਨੱਪਣ ਵਾਸਤੇ ਬਾਕੀ ਕੰਮ ਅਸੀਂ ਕਰਾਂਗੇ। ਇੰਚਾਰਜ ਅਸੀਂ ਲਾਵਾਂਗੇ ਵੀ ਹਾਂ ਜੀ ਨੱਪ ਹੋਣਾ ਇਹਨਾਂ ਨੂੰ, ਜੋ ਕਹੇਗਾ ਉਹ ਕਰਾਂਗੇ। ਚੋਰਾਂ ਨੂੰ ਨੱਪਦੇ ਅਸੀਂ ਜੋ ਕਹੇਗਾ ਕਰਾਂਗੇ। ਲੰਬੇ ਸਮੇਂ ਬਾਅਦ ਗੁਰਮੀਤ ਸਿੰਘ ਛੰਡੀ ਵਾਪਸ ਪਾਰਟੀ ਸ਼ਾਮਿਲ ਹੋਏ ਨੇ, ਇਹ ਲੱਗਦਾ ਕੀ ਕਾਰਨ ਸੀ ਇਹ ਵਾਪਸ ਆਏ ਨੇ? ਦੇਖੋ ਗੱਲ ਹੈਗੀ ਜੀ ਕਿ ਵਾਪਸ ਆਉਣ ਦਾ ਕਾਰਨ ਇਹ ਹੈਗਾ ਕਿ ਇਹ ਆਪਣਾ ਇਲੈਕਸ਼ਨ ਤੋਂ 2 ਮਹੀਨੇ ਪਹਿਲੇ ਹੀ ਸਾਡੇ ਕੋਲ ਅਲੱਗ ਹੋਏ ਸਨ ਤੇ ਜੋ ਕੁਝ ਪਿਆ ਹੋਇਆ ਸੀ ਦਿੱਲੀ ਕਮੇਟੀ 'ਚ ਇਹਨਾਂ ਨੂੰ ਸਭ ਪਤਾ ਸੀ। ਇਹਨਾਂ ਨੇ ਜਾ ਕੇ ਉੱਥੇ ਦੇਖਿਆ ਵੀ ਜੋ ਕੁਝ ਅਸੀਂ ਛੱਡ ਕੇ ਗਏ ਹਾਂ ਉਹ ਤਾਂ ਨਿਫਤੋਂ ਨਮੂਦ ਹੈ। ਔਰ ਪਿਛਲੇ 8 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਹਰ ਰੋਜ਼ ਇਹ ਉਹਦਾ ਨਾਂ ਕਿ ਜਿਹੜਾ ਸਥਾਨ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ, ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸਥਾਨ ਲੱਖਾਂ ਬੰਦਿਆਂ ਦੀ ਝੋਲੀ 'ਚ ਖਾਰ ਪੈਂਦਾ ਹੈ, ਉਹ ਹਰ ਰੋਜ਼ ਸਵੇਰੇ ਸ਼ਾਮ ਮੰਗਿਆ ਬਣਿਆ ਹੋਇਆ, ਗ੍ਰੰਥੀ ਮੰਗਿਆ ਬਣੇ ਹੋਏ ਨੇ, ਪ੍ਰਬੰਧਕ ਮੰਗਿਆ ਬਣੇ ਹੋਏ ਨੇ। ਇਹਨਾਂ ਦੇ ਆਪਣੇ ਸਮੇਂ ਦੇ ਵਿੱਚ ਬੀਐਡ ਕਾਲਜ ਖੁੱਲ੍ਹੇ, ਮੈਨੇਜਮੈਂਟ ਕਾਲਜ ਕਈ ਖੁੱਲ੍ਹੇ, ਉਹ ਅਦਾਰੇ ਖਤਮ ਹੋ ਗਏ, ਉਹ ਨਿਫਤੋਂ ਨਮੂਦ ਹੋ ਗਏ। ਤੇ ਕਿਸ ਤਰ੍ਹਾਂ ਬੰਦਾ ਸਹਿ ਸਕਦਾ ਹੈ? ਅਣਖ ਤੇ ਗੈਰਤ ਵਾਲਾ ਬੰਦਾ ਨਹੀਂ ਸਹਿ ਸਕਦਾ। ਇਹਨਾਂ ਦੀ ਅਣਖ ਔਰ ਗੈਰਤ ਜਾਗੀ ਹੈ। ਕੋਈ ਕਸਰ ਸੀ ਤੇ ਇਹਨਾਂ ਦੇ ਇਲਾਕੇ ਦੇ ਨੁਮਾਇੰਦਿਆਂ ਨੇ ਜਗਾ ਦਿੱਤੀ ਬਈ ਇਸ ਦੇ ਬਗੈਰ ਗੁਜ਼ਰ ਨਹੀਂ ਹੋਣਾ, ਤੁਸੀਂ ਇਕੱਠੇ ਹੋਵੋ, ਇਕੱਠੇ ਹੋ ਕੇ ਇਹਨਾਂ ਨੂੰ ਨਿਫਤੋਂ ਨਮੂਦ। ਕਿਆ ਲੱਗਦਾ ਹੈ ਕਿ ਆਉਣ ਵਾਲੇ ਵਕਤ ਵਿੱਚ ਹੋਰ ਵੀ ਸਦੱਸਿਆ ਛੱਡ ਕੇ ਆਉਣਗੇ? ਐਸਾ ਕੁਝ ਦੇਖੋ ਜੀ, ਅਸੀਂ ਤੁਹਾਡੀ ਤਬੀਅਤ ਆਰਫ ਤੇ ਕੋਈ ਨਾ ਕੋਈ ਖੁਸ਼ ਕਰਦੇ ਰਹਿੰਦੇ। ਕਾਰਨ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਵਾਰੀ ਜਦੋਂ ਤੁਸੀਂ ਕਿਸੇ ਸਿਸਟਮ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਪਤਾ ਚੱਲਦਾ ਕਿ ਉੱਥੇ ਕੀ ਚੱਲ ਰਿਹਾ। ਬਾਹਰੋਂ ਤੇ ਕਈ ਵਾਰੀ ਬਹੁਤ ਸੋਹਣਾ ਸਭ ਕੁਝ ਨਜ਼ਰ ਆਉਂਦਾ, ਸੰਗਤ ਅੱਗੇ ਪ੍ਰਚਾਰ ਕਰਕੇ ਕਈਆਂ ਤਰ੍ਹਾਂ ਨਾਲ ਭਰਮਾਇਆ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਔਰ ਭਰਮਾ ਵੀ ਲਿਆ ਜਾਂਦਾ। ਲੇਕਿਨ ਜਦੋਂ ਗੁਰੂ ਘਰ ਦੀ ਗੋਲਕ ਦੀ ਦੁਰਵਰਤੋਂ ਹੋ ਰਹੀ ਹੁੰਦੀ ਹੈ, ਗੁਰੂ ਘਰ ਦੀ ਲੁੱਟ ਹੋ ਰਹੀ ਹੁੰਦੀ ਹੈ ਗੋਲਕ ਦੀ, ਤੇ ਉਸ ਟਾਈਮ ਮਨ ਜਦੋਂ ਪਾਰ ਆਉਂਦਾ, ਜਿਹੜਾ ਗੁਰੂ ਘਰ ਦੀ ਇੱਕ ਜਿਸ ਇਨਸਾਨ ਨੇ ਭਾਵੇਂ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ, ਆਪਣਾ ਪਿਆਰ, ਆਪਣਾ ਅਕੀਦਾ ਗੁਰੂ ਚਰਨਾਂ ਦੇ ਵਿੱਚ ਆਪਣੇ ਦਸਵੰਧ ਵਿੱਚੋਂ ਜਦੋਂ ਭੇਟ ਕਰਦਾ ਹੈ, ਤੇ ਜਦੋਂ ਉਸ ਦਸਵੰਧ ਦੇ ਉੱਤੇ ਡਾਕਾ ਪੈਂਦਾ ਤੇ ਫਿਰ ਜਿਹਦੀ ਚ ਅਣਖ ਹੋਵੇ, ਜਿਹਨੂੰ ਗੁਰੂ ਪ੍ਰਤੀ ਆਦਰ ਹੋਵੇ, ਸਤਿਕਾਰ ਹੋਵੇ, ਗੁਰੂ ਘਰ ਦਾ ਡਰ ਪਿਆ ਹੋਵੇ, ਉਹ ਫਿਰ ਇਹਨਾਂ ਗੱਲਾਂ ਤੋਂ ਦੂਰ ਹੋ ਕੇ ਉਸ ਲੜਾਈ ਨੂੰ ਲੜਨ ਦਾ ਸ਼ੁਰੂਆਤ ਕਰਦਾ ਹੈ। ਮੈਂ ਅੱਜ ਅਪੀਲ ਕਰਨਾ ਚਾਹਾਂਗਾ ਬਗੈਰ ਤੁਹਾਡੇ ਕਹੇ ਅਪੀਲ ਦਿੱਲੀ ਦੀ ਉਸ ਸਮੂਹ ਸਾਧ ਸੰਗਤ ਨੂੰ ਵੀ ਕਰਨਾ ਚਾਹਾਂਗਾ ਕਿ ਜੋ ਅੱਜ ਹਾਲਾਤ ਨੇ, ਜੋ ਗੁਰੂ ਘਰ ਦੀ ਗੋਲਕ ਦੀ ਲੁੱਟ ਹੋਈ ਹੈ, ਜੋ ਦੁਰਵਰਤੋਂ ਹੋਈ ਹੈ, ਔਰ ਜਿਹੜੇ ਲੋਕ ਅੱਜ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਜੁਆਇਨ ਕਰ ਰਹੇ ਹਨ ਜਾਂ ਕਿਸੇ ਵੀ ਪਾਰਟੀ ਦੇ ਵਿੱਚ ਭਰਮਾ ਕੇ ਆਪਣੇ ਆਪ ਨੂੰ ਗਲਤ ਦਿਸ਼ਾ ਵੱਲ ਜਾ ਰਹੇ ਹਨ, ਅੱਜ ਉਸ ਨੂੰ ਲੋੜ ਹੈ ਬਾਣੀ ਨੂੰ ਪੜ੍ਹਨ ਦੀ। ਬਾਣੀ 'ਚ ਵੀ ਲਿਖਿਆ, ਚੋਰ ਕੀ ਹਾਮਾ ਭਰੇ ਨਾ ਕੋਈ। ਜਿਸ ਇਨਸਾਨ ਦੇ ਨਾਲ ਖੜੇ ਹੋਣ ਜਾ ਰਹੇ ਹੋ, ਉਸ ਇਨਸਾਨ ਦਾ ਅਕੀਦਾ, ਉਸ ਇਨਸਾਨ ਦਾ ਕਿਰਦਾਰ, ਉਸ ਇਨਸਾਨ ਦੀ ਵਰਕਿੰਗ, ਉਸ ਇਨਸਾਨ ਦਾ ਗੁਰੂ ਪ੍ਰਤੀ ਭੈ, ਉਸ ਇਨਸਾਨ ਦਾ ਗੁਰੂ ਪ੍ਰਤੀ ਸੇਵਾ ਸਤਕਾਰ, ਵਿਦਿਅਕ ਅਦਾਰੇ ਪ੍ਰਤੀ ਉਸ ਦੀ ਚੜ੍ਹਦੀ ਕਲਾ ਲਈ ਲੜਾਈ ਲੜਨ ਦਾ ਜਜ਼ਬਾ ਅਗਰ ਉਸ ਦੇ ਮਨ ਵਿੱਚ ਹੋਵੇ ਔਰ ਸਿੱਖੀ ਪ੍ਰਤੀ ਪਿਆਰ ਹੋਵੇ, ਸਭ ਤੋਂ ਪਹਿਲਾਂ ਜੇ ਸਿੱਖ ਕੌਮ ਨੂੰ ਸਿੱਖੀ ਪ੍ਰਤੀ ਹੀ ਜੋੜਨਾ ਨਹੀਂ ਆਇਆ ਤੇ ਮੈਂ ਸਮਝਦਾ ਕੁਝ ਨਹੀਂ। ਪਿੱਛੇ ਮੈਨੂੰ ਪਤਾ ਲੱਗਾ ਕਿ ਭਾਈ ਤਾਰੂ ਸਿੰਘ ਜੀ ਦਾ
ਬਾਰੇ ਜੀਵਨ ਬਾਰੇ ਇਹਨਾਂ ਨੇ ਉੱਥੇ ਲੱਖੀ ਸ਼ਾਹ ਵੰਜਾਰਾ ਹਾਲ ਦੇ ਵਿੱਚ ਪ੍ਰੋਗਰਾਮ ਰੱਖਿਆ ਤੇ ਮੈਂ ਉਸ ਦਿਨ ਕਿਹਾ ਸੀ ਕਿਸੇ ਨੂੰ ਕਿ ਪਹਿਲੇ ਆਪਣੇ ਪ੍ਰਧਾਨ ਨੂੰ ਤੇ ਭਾਈ ਤਾਰੂ ਸਿੰਘ ਜੀ ਦੀ ਜੀਵਨੀ ਬਾਰੇ ਸਮਝਾ ਦਈਏ ਕਿ ਉਹਨਾਂ ਨੇ ਸ਼ਹਾਦਤ ਦਿੱਤੀ ਜਾਂ ਖੋਪੜੀਆਂ ਲਵਾ ਕੇ ਆਪਣੀ ਸ਼ਹਾਦਤਾਂ ਦਿੱਤੀਆਂ, ਪਹਿਲੇ ਉਸ ਪ੍ਰਧਾਨ ਨੂੰ ਤੇ ਸਮਝਾ ਦਈਏ। ਜਦੋਂ ਗੁਰੂ ਘਰ ਦੇ ਵਿੱਚ ਸੇਵਾ ਜਿਹੜਾ ਪੁੰਜ ਹੋਵੇ, ਜਿਹੜਾ ਸਭ ਤੋਂ ਇੱਕ ਨੰਬਰ ਜਿਹਦੀ ਜ਼ਿੰਮੇਵਾਰੀ ਹੋਵੇ ਕੌਮ ਨੂੰ ਚਲਾਉਣ ਦੀ, ਸਿੱਖੀ ਨੂੰ ਬਚਾਉਣ ਦੀ, ਜਿਸ ਦਿਨ ਉਹੀ ਸਿੱਖੀ ਦਾ ਕਾਣ ਕਰਨ ਵੱਲ ਚੱਲ ਪੈਣ ਤੇ ਮੈਂ ਸਮਝਦਾ ਉਸ ਤੋਂ ਮਾੜਾ ਦਿਨ ਕੋਈ ਹੋਰ ਨਹੀਂ ਸਕਦਾ। ਮੇਰਾ ਇੱਕ ਆਖਰੀ ਸਵਾਲ ਹੈ ਕਿ ਜਦੋਂ ਤੁਸੀਂ ਅਲੱਗ ਹੋਏ ਸੀ ਤੁਹਾਡਾ ਇੱਕ ਕਾਰਨ ਸੀ ਕਿ ਜਿਹੜਾ ਹਸਪਤਾਲ ਬਣ ਰਿਹਾ ਉਹਦੀ ਸਸਤਾ ਨਹੀਂ। ਮੈਂ ਪਿਛਲੇ 7 ਸਾਲ ਹੋ ਗਏ ਨੇ, ਕਿਆ ਲੱਗਦਾ ਕਿ ਭ੍ਰਿਸ਼ਟਾਚਾਰ ਹੋਇਆ ਸੀ ਕਿ ਨਹੀਂ ਹੋਇਆ? ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ। ਇੱਕ ਕੁਐਸਚਨ ਤੁਹਾਡੇ ਬੇਟੇ ਨੇ ਵੀ ਪੁੱਛਿਆ ਸੀ ਜਿਸ ਦਿਨ ਮੈਂ ਆਪਣਾ ਅਸਤੀਫਾ ਦਿੱਤਾ ਸੀ। ਮੈਂ ਉਸ ਦਿਨ ਵੀ ਕਿਹਾ ਸੀ ਕਿ ਉਸ ਹਸਪੀਟਲ ਦੇ ਵਿੱਚ ਸਿਰਫ ਡੀਡ ਨੂੰ ਲੈ ਕੇ, ਉਸ ਦੇ ਕੁਝ ਪੁਆਇੰਟਸ ਨੂੰ ਲੈ ਕੇ ਮੇਰੀ ਗਲਤਫਹਿਮੀਆਂ ਜ਼ਰੂਰ ਸੀ, ਲੇਕਿਨ ਜੇ ਭ੍ਰਿਸ਼ਟਾਚਾਰ ਜਾਂ ਉਸ ਹਸਪਤਾਲ ਦੇ ਬਾਰੇ ਕੋਈ ਗੜਬੜ ਹੋਈ ਹੁੰਦੀ ਜਾਂ ਉਸ ਦੀ ਕਿਸੇ ਤਰ੍ਹਾਂ ਦੀ ਕੋਈ, ਜੋ ਬਾਦਲ ਦਲ ਨੇ ਪ੍ਰਚਾਰ ਕੀਤਾ ਸੀ ਕਿ ਹਸਪਤਾਲ ਵੇਚ ਦਿੱਤਾ ਗਿਆ ਜਾਂ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸੀ, ਤੇ ਉਹ ਬਾਦਲ ਦਲ ਹੀ ਕੱਢ ਕੇ ਸਾਹਮਣੇ ਲਿਆਂਦਾ। ਹਾਲੇ ਵੀ ਲਿਆਵੇ ਜੇ 7 ਸਾਲਾਂ 'ਚ ਨਹੀਂ ਆਇਆ ਤੇ ਫਿਰ ਉਸ ਦੇ ਬਾਅਦ ਮੈਂ ਜੋ ਦੇਖਿਆ ਉਹ ਸੰਗਤ ਵੀ ਦੇਖ ਲੇਗੀ। ਅੱਜ 7 ਸਾਲ ਤੱਕ ਉਸ ਦੇ ਬਾਰੇ ਕੁਝ ਵੀ ਨਾ ਨਿਕਲ ਕੇ ਆਣਾ ਅੱਜ ਇਸ ਗੱਲ ਨੂੰ ਪ੍ਰੂਫ ਕਰਦਾ ਹੈ, ਇਸ ਗੱਲ ਤੇ ਮੋਹਰ ਲਗਾਉਂਦਾ ਹੈ ਕਿ ਕਦੇ ਨਾ ਹਸਪਤਾਲ ਵਿਕਿਆ ਸੀ, ਉਹ ਕੌਮ ਦੀ ਚੜ੍ਹਦੀ ਕਲਾ ਲਈ ਬਣ ਰਿਹਾ ਸੀ ਔਰ ਕੌਮ ਦੀ ਚੜ੍ਹਦੀ ਕਲਾ ਲਈ ਸਰਨਾ ਸਾਹਿਬ ਦੁਬਾਰਾ ਆਣਗੇ ਫਿਰ ਬਣੇਗਾ। ਕੁਛ ਸੱਜਣ ਸਾਡੇ ਨਾਲ ਮੌਜੂਦ ਨੇ। ਭੁਪਿੰਦਰ ਸਿੰਘ PRO ਸਾਹਿਬ ਨੇ ਸ਼ੰਟੀ ਜੀ ਪਾਰਟੀ 'ਚ ਆਏ ਆ ਕਿ ਬਾਦਲ ਦਲ ਨੂੰ ਇਹ ਝਟਕਾ ਮੰਨਿਆ ਜਾ ਸਕਦਾ? ਬਿਲਕੁਲ ਬਹੁਤ ਵੱਡਾ ਝਟਕਾ ਹੈ ਬਾਦਲ ਦਲ ਨੂੰ ਕਿ ਮੇਰੇ ਨਾਲ ਇੱਕ ਹੋਰ ਸਟਰੈਂਥ ਵਧੇਗੀ, ਕਿਉਂਕਿ ਸ਼ੰਟੀ ਜੀ ਜਿਹੜਾ ਕੰਮ ਕਰ ਰਹੇ ਉਸ ਤੋਂ ਪਹਿਲੇ ਮੈਂ ਸਟਾਰਟ ਕਰ ਚੁੱਕਾ ਹਾਂ ਕਰਪਸ਼ਨ ਦੇ ਵਿੱਚ। ਕੱਲ ਵੀ ਮੇਰਾ ਕੇਸ ਹੈ, ਕੱਲ ਹੀ ਡੇਟ ਹੈ। ਸਿਰਸੇ ਦੇ ਉੱਪਰ ਜਿਹੜਾ ਕਰਪਸ਼ਨ ਹੈ, ਜਿਹੜੀ ਜਗ੍ਹਾ ਤੇ ਹੈ ਹੀ ਨਹੀਂ ਉਹਦੇ ਸਾਰਾ ਕੁਝ ਪਾਸ ਹੋ ਚੁੱਕਾ ਵੈ ਤੇ ਪੇਮੈਂਟਾਂ ਹੋ ਚੁੱਕੀਆਂ ਵੇ, ਔਰ ਕੋਰਟ ਦੇ ਵਿੱਚ ATR ਰਿਪੋਰਟ ਵੀ ਪੇਸ਼ ਹੋ ਚੁੱਕੀ ਹੈ ਕਿ ਇੱਥੇ ਕਰਪਸ਼ਨ ਨੂੰ ਰੋਕਣ ਵਾਸਤੇ ਅਗਰ ਸ਼ੰਟੀ ਜੀ ਸਾਡੇ ਨਾਲ ਆਏ ਤੇ ਬਹੁਤ ਵੱਡਾ ਇੱਕ ਸਾਡਾ ਹੱਥ ਵੀ ਸਟਰੋਂਗ ਹੋਏਗਾ ਤੇ ਮੈਂ ਵੀ ਇਹਨਾਂ ਦੇ ਨਾਲ ਹੱਥ ਮਿਲਾ ਕੇ ਕਰਪਸ਼ਨ ਦੇ ਅਗੇਂਸਟ ਖੜਾ ਵਾਂ। ਪੂਰੀ ਪਾਰਟੀ ਖੜੀ ਆ ਸਾਡੇ ਨਾਲ, ਹੋਰ ਵੀ ਸਾਡੇ ਵੀਰ ਖੜੇ ਨੇ ਤੇ ਅਸੀਂ ਲੜਾਈ ਨੂੰ ਹੋਰ ਅੱਗੇ ਵਧਾ ਦਾਂਗੇ। ਇਹ ਤੇ ਹੁਣੇ ਰਿਜ਼ਲਟ ਆਉਣ ਵਾਲਾ ਹੈ। ਸਿਰਸਾ ਦੇ ਉੱਪਰ ਜਿਹੜੇ ਕਰਪਸ਼ਨ ਦੇ ਇਲਜ਼ਾਮ ਹੈ, ਮਨਜੀਤ ਸਿੰਘ ਜੀ ਕੇ ਦੇ ਹੋਣ ਚਾਹੇ ਕਿਸੇ ਦੇ ਵੀ ਹੋਣ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ, ਉਹਨਾਂ ਦੇ ਬੜੀ ਜਲਦੀ ਹੀ ਕੋਰਟ ਦੀ ਤਰਫੋਂ ਵੀ ਆਰਡਰ ਆਉਣ ਵਾਲੇ ਨੇ। ਠੀਕ ਹੈ, ਮਨਜੀਤ ਸਿੰਘ ਮੰਡਾਵਲੀ ਕੀ ਕਹਿਣਾ ਚਾਹੋਗੇ? ਗੁਰਮੀਤ ਸਿੰਘ ਸ਼ੰਟੀ ਪਾਰਟੀ 'ਚ ਆਇਆ, ਕੀ ਪ੍ਰਭਾਵ ਪਏਗਾ? ਦੇਖੋ ਜੀ, ਜਿਵੇਂ ਕਹਿੰਦੇ ਨੇ ਇੱਕ ਪਰਿਵਾਰ ਦੇ ਵਿੱਚ ਇੱਕ ਹੋਰ ਨਵਾਂ ਸੂਜਨ ਮੈਂਬਰ ਜੁੜ ਜਾਏ ਤੇ ਉਹਦੀ ਤਰੱਕੀ ਤੇ ਉਹਦੀ ਚੜ੍ਹਦੀ ਕਲਾ ਵਾਹਿਗੁਰੂ ਆਪਣੇ ਆਪ ਕਰਦੇ ਨੇ। ਮੈਨੂੰ ਇੰਨਾ ਪੂਰਾ ਵਿਸ਼ਵਾਸ ਹੈ ਸ਼ੰਟੀ ਜੀ ਜਿਵੇਂ ਸਾਡੇ ਪਰਿਵਾਰ ਦੇ ਮੈਂਬਰ ਬਣੇ ਨੇ, ਇਸੇ ਤਰ੍ਹਾਂ ਸਾਡੀ ਕੌਮ ਦੀ ਤੇ ਸਾਡੇ ਸ਼੍ਰੋਮਣੀ ਦਿੱਲੀ ਦੇ ਪਰਿਵਾਰ ਦੀ ਸ਼ਾਨ ਬਹੁਤ ਵਧੇਗੀ ਤੇ ਸਾਡੀ ਜੇ ਸਾਡਾ ਪਰਿਵਾਰ ਹੈ ਇਹ ਚੜ੍ਹਦੀ ਕਲਾ 'ਚ ਰਹੇਗਾ। ਔਰ ਜਿਵੇਂ ਹਜੇ ਤੱਕ ਪੰਥ ਦੀ ਸੇਵਾ ਕਰਦੇ ਨੇ ਸਾਡੇ ਸਰਨਾ ਸਾਹਿਬ, ਇਸੇ ਦੀ ਸੇਵਾ ਹੋਰ ਅੱਗੇ ਵੱਧ ਚੜ੍ਹ ਕੇ ਹੋਵੇਗੀ। ਕੀ ਸਮਝਦੇ ਹੋ ਜੀ ਭਾਈ ਸਾਹਿਬ? ਜੀ ਬਾਦਲ ਦਲ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਕਿ ਗੁਰਮੀਤ ਸਿੰਘ ਸ਼ੰਟੀ ਨੇ ਸ਼੍ਰੋਮਣੀ ਅਕਾਲੀ ਦਲ ਸਰਨਾ ਜੁਆਇਨ ਕੀਤਾ ਹੈ, ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਲਗਾਤਾਰ ਇਹ ਪ੍ਰਬੰਧ 'ਚ ਬੈਠੇ ਹੋਏ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬੈਠੇ ਹੋਏ ਨੇ, ਲੇਕਿਨ ਤੁਸੀਂ ਦੇਖ ਰਹੇ ਹੋ ਕਿੱਦਾਂ ਲੁੱਟ ਖਸੁੱਟ ਹੋ ਰਹੀ ਹੈ, ਗੁਰਦੁਆਰਿਆਂ ਦੇ ਵਿੱਚ ਲੁੱਟ ਖਸੁੱਟ ਹੋ ਰਹੀ ਹੈ, ਗੁਰਦੁਆਰੇ ਦੀ ਗੋਲਕ ਦੀ ਦੁਰਵਰਤੋਂ ਹੋ ਰਹੀ ਹੈ। ਔਰ ਸਭ ਤੋਂ ਪਹਿਲੀ ਗੱਲ ਕਿ ਸਾਡੇ ਐਜੂਕੇਸ਼ਨ ਅਦਾਰੇ ਨੇ, ਵਿਦਿਅਕ ਅਦਾਰੇ ਨੇ, ਜਿਨ੍ਹਾਂ ਦੇ ਤੁਸੀਂ ਦੇਖ ਰਹੇ ਹੋ ਲਗਾਤਾਰ ਟੀਚਰਸ ਕਿੰਨੇ ਦਿਨ ਤੋਂ ਸਟ੍ਰਾਈਕ ਤੋਂ ਬੈਠੇ ਹੋਏ ਨੇ, ਕਿੰਨੇ ਸਮੇਂ ਤੋਂ ਉਹਨਾਂ ਦੀ ਸੈਲਰੀ ਰਿਲੀਜ਼ ਨਹੀਂ ਹੋ ਰਹੀ। 10-10 ਹਜ਼ਾਰ ਰੁਪਏ ਜੋ ਸੈਲਰੀ ਮਿਲ ਰਹੀ ਹੈ, ਇਹਨਾਂ ਕੋਲ 32-35 ਲੱਖ ਰੁਪਏ ਕੇਸ ਲੜਨ ਜੋਗੇ ਪੈਸੇ ਹੈਗੇ ਨੇ, ਉਹ ਕਿੱਥੋਂ ਖਰਚਣੇ ਨੇ? ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅੱਜ ਸਵਾਲ ਪੁੱਛਣਾ ਚਾਹੁੰਦਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਮੈਂ ਹਰਮੀਤ ਸਿੰਘ ਕਾਲਕਾ ਜੀ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੇ 30-35 ਲੱਖ ਰੁਪਏ ਤੁਸੀਂ ਕੋਰਟ ਦੇ ਵਿੱਚ ਪੈਸੇ ਖਰਚ ਕੇ ਆਏ ਹੋ, ਵਕੀਲਾਂ ਨੂੰ ਜੋ ਪੇ ਕੀਤੇ ਹੈ ਇਲੈਕਸ਼ਨ ਅੱਗੇ ਕਰਨ ਦੇ, ਉਹ ਪੈਸੇ ਤੁਸੀਂ ਕਿੱਥੋਂ ਲਏ ਨੇ? ਇਹਦਾ ਜਵਾਬ ਤੁਸੀਂ ਸੰਗਤ ਰੂਪੀ ਆਪ ਦੱਸੋ ਕਿ ਉਹ ਪੈਸੇ ਸੰਗਤ ਦੇ ਗੁਰੂ ਦੀ ਗੋਲਕ ਦੇ ਵਰਤੇ ਗਏ ਨੇ ਜਾਂ ਤੁਹਾਡੇ ਪਰਸਨਲ ਪੈਸੇ ਨੇ? ਜੇ ਤੁਹਾਡੇ ਪਰਸਨਲ ਪੈਸੇ ਤਾਂ ਵੀ ਤੁਸੀਂ ਰਿਕਾਰਡ ਦੱਸੋ, ਕਿਉਂਕਿ ਜੇ ਤੁਸੀਂ ਉਹ ਪੈਸੇ ਖਰਚ ਸਕਦੇ ਹੋ ਤੇ ਕਿਉਂ ਨਹੀਂ ਤੁਸੀਂ ਟੀਚਰਾਂ ਦੀ ਸੈਲਰੀ ਰਿਲੀਜ਼ ਕਰ ਸਕਦੇ? ਮੇਰੀ ਬੇਨਤੀ ਹੈ ਤੁਹਾਡੇ ਚੈਨਲ ਦੇ ਰਾਹੀਂ ਤੇ ਗੁਰਮੀਤ ਸਿੰਘ ਸ਼ੰਟੀ ਜੀ ਨੂੰ ਮੈਂ ਵਧਾਈ ਦਿੰਦਾ ਹੈ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਵਿਖੇ ਬਤੌਰ ਸੈਕਟਰੀ ਜਨਰਲ ਵਿੱਚ ਹਾਜ਼ਰੀ ਭਰ ਕੇ ਸਾਡੀ ਪਾਰਟੀ ਨੂੰ 4 ਚੰਨ ਲਾਏ ਨੇ ਤੇ ਬਾਦਲ ਦਲ ਨੂੰ ਇਹ ਬਹੁਤ ਵੱਡਾ ਹੀ ਝਟਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਜਸਮੀਤ ਸਿੰਘ ਪੀਤਮਪੁਰਾ ਮੌਜੂਦ ਨੇ। ਅਕਾਲੀ ਦਲ ਦੇ ਵਿੱਚ ਹੁਣ ਜੋੜ ਤੋੜ ਦੀ ਫੇਰ ਜਿਹੜਾ ਹੈਗਾ, ਕਿਉਂਕਿ ਇਲੈਕਸ਼ਨ ਨੇੜੇ ਨੇ ਤੇ ਜੋੜ ਤੋੜ ਹਰ ਪਾਰਟੀ ਸ਼ੁਰੂ ਹੋ ਗਈ ਹੈ। ਅੱਜ ਇੱਕ ਪੁਰਾਣੇ ਕੈਂਡੀਡੇਟ ਜਨਰਲ ਸੈਕਟਰੀ ਗੁਰਮੀਤ ਸਿੰਘ ਸ਼ੰਟੀ ਨੂੰ ਜੁਆਇਨ ਕਰਾਇਆ ਗਿਆ। ਕਿੰਨਾ ਕੁ ਵੱਡਾ ਝਟਕਾ ਹੈ ਪਾਰਟੀ ਦੇ ਵਿੱਚ? ਅਕਾਲੀ ਦਲ ਦਿੱਲੀ ਦੇ ਵਿੱਚ ਕਿੰਨੀ ਸਟਰੈਂਥ ਮੰਨਦੇ ਹੋ?
ਦੇਖੋ ਜੀ, ਇਹ ਜੁਆਇਨਿੰਗ ਨਹੀਂ ਹੈ। ਮੈਂ ਸ਼ਮਨਾ ਸ਼ੰਟੀ ਜੀ ਨੂੰ ਜੋ ਉਸ ਬਾਦਲਾਂ ਵੱਲੋਂ ਗੁੰਮਰਾਹ ਹੋਏ ਸੀ ਜਾਂ ਕੁਝ ਹੋਏ ਸੀ, ਤੇ ਅੱਜ ਉਹਨਾਂ ਦੀ ਇੱਕ ਘਰ ਵਾਪਸੀ ਹੋਈ ਹੈ। ਵਾਪਸ ਆਪਣੇ ਘਰ ਦੇ ਵਿੱਚ ਪਰਤੇ ਆ। ਜੋ ਘਰ ਬਿਲਕੁਲ ਠੀਕ ਸੀ ਉਸ ਘਰ ਦੇ ਵਿੱਚ ਉਹ ਵਾਪਸ ਆਏ ਹੈ। ਅਸੀਂ ਸਮਝਦੇ ਹਾਂ ਕਿ ਅੱਜ ਸ਼ੰਟੀ ਜੀ ਨਾਲ ਮਿਲ ਕੇ ਜਿਹੜਾ ਉਪਰਾਲਾ ਕੀਤਾ ਹੈ ਗੋਲਕ ਚੋਰੀ ਰੋਕਣ ਦਾ, ਉਹ ਅਸੀਂ ਅੱਗੇ ਵਧਾਵਾਂਗੇ। ਜਿਹੜੇ ਗੋਲਕ ਚੋਰ ਨੇ ਉਹਨਾਂ ਨੂੰ ਆਪਾਂ ਬਿਲਕੁਲ ਹੀ ਦਿੱਲੀ ਕਮੇਟੀ ਤੋਂ ਬਿਲਕੁਲ ਬਾਹਰ ਕਰਨਾ। ਦਿੱਲੀ ਕਮੇਟੀ ਤੋਂ ਬਾਹਰ ਕਰਕੇ ਪੰਜਾਬ ਹੀ ਵਾਪਸ ਛੱਡ ਕੇ ਆਉਣਾ, ਤਾਂ ਕਿ ਪੰਜਾਬ ਦੀ ਸੰਗਤ ਇਹਨਾਂ ਕੋਲੋਂ ਹਿਸਾਬ ਲੈ ਸਕੇ। ਦਿੱਲੀ ਸੰਗਤ ਦੇ ਹਿਸਾਬ ਲੈਣ ਦੀ ਵਾਰੀ ਆ ਗਈ ਹੈ। ਹੋਰ 6 ਮਹੀਨੇ ਬਾਅਦ ਦਿੱਲੀ ਸੰਗਤ ਇਹਨਾਂ ਕੋਲੋਂ ਹਿਸਾਬ ਲੈ ਲੈਣਾ ਜੋ ਇਹਨਾਂ ਦੇ ਹਾਲਾਤ ਨੇ ਕੋਰਟ ਕਚਹਿਰੀ ਵਿੱਚ। ਉਹ ਕਹਿੰਦੇ ਨਾ ਬੱਚੇ ਸਾਰੀ ਉਮਰ ਬੱਚਾ ਪੜਦਾ ਨਹੀਂ ਹੈ ਕਿ ਮੇਰੇ ਪਿਓ ਦੀ ਬੜੀ ਜਾਨ ਬਚਾਣਾ, ਮੇਰਾ ਪਿਓ ਪ੍ਰਿੰਸੀਪਲ ਨੂੰ ਕਹਿ ਕੇ ਪਾਸ ਕਰਾ ਦੇਗਾ, ਪਰ ਅੱਜ ਇਹਨਾਂ ਦਾ ਜਿਹੜਾ ਪਿਓ ਹੈ ਉਹ ਵੀ ਫੇਲ ਚੁੱਕਾ। ਇਹਨਾਂ ਨੂੰ ਪਾਸ ਕਰਾਉਣ ਦੇ ਵਿੱਚ ਇਹਨਾਂ ਨੂੰ ਕੋਰਟ ਕਚਹਿਰੀ ਵਿੱਚ ਜਾਣਾ ਪੈ ਰਿਹਾ ਇਲੈਕਸ਼ਨ ਰੋਕਣ ਵਾਸਤੇ। ਅਗਰ ਤੁਸੀਂ ਕੰਮ ਕੀਤੇ ਤਾਂ ਸੰਗਤ ਨੂੰ ਦਿਖਾਓ ਨਾ ਰਿਪੋਰਟ ਕਾਰਡ। ਕਿਉਂ ਤੁਸੀਂ ਸੰਗਤ ਨੂੰ ਰਿਪੋਰਟ ਕਾਰਡ ਕਿਉਂ ਨਹੀਂ ਦਿਖਾ ਰਹੇ? ਕਿਉਂ ਤੁਸੀਂ ਰਿਪੋਰਟ ਕਾਰਡ ਦਿਖਾਉਣ ਦੀ ਵਾਰੀ ਆਈ ਹੈ ਤਾਂ ਤੁਸੀਂ ਫੇਲ ਹੋ। ਉਹ 'ਚ 0/0 ਹੈ। ਇਸ ਕਰਕੇ ਤੁਸੀਂ ਕੋਰਟਾਂ ਕਚਹਿਰੀਆਂ ਜਾ ਰਹੇ ਹੋ। ਤਨਖਾਹਾਂ ਤੁਸੀਂ ਦੇ ਨਹੀਂ ਰਹੇ ਟੀਚਰਾਂ ਨੂੰ। ਕੋਰਟ ਦਾ ਵਿੱਚ ਜਾ ਕੇ ਵਕੀਲਾਂ ਨੂੰ ਮੋਟੀਆਂ ਫੀਸਾਂ ਦੇ ਰਹੇ ਹੋ। ਇਸ ਕਰਕੇ ਸੰਗਤ ਨੂੰ ਸਮਝ ਆ ਗਿਆ। ਸੰਗਤ ਦੇ ਨਾਲ ਇਹਨਾਂ ਨੂੰ ਵੀ ਸਮਝ ਆ ਗਿਆ ਕਿ ਸੰਗਤ ਦਾ ਰੁਝਾਨ ਕੀ ਹੈ। ਕਿ ਕੱਲ ਇੱਥੇ ਸਿੰਘ ਸਭਾ ਦੀ ਮੀਟਿੰਗਾਂ ਬੁਲਾ ਰਹੇ ਆ, ਖਾਲੀ 25-30 ਸਿੰਘ ਸਭਾ ਉੱਤੇ ਪਹੁੰਚੇ ਆ, 450 ਸਿੰਘ ਸਭਾ ਤੋਂ ਗਾਇਬ ਨੇ। ਸਮਝ ਆ ਗਿਆ ਕਿ ਅੱਜ ਸੰਗਤ ਦਾ ਰੁਝਾਨ ਕੀ ਹੈ। ਇਸ ਕਰਕੇ ਅੱਜ ਕੋਰਟ ਕਚਹਿਰੀ ਵਿੱਚ ਵੜ ਰਹੇ ਆ। ਤੇ ਅੱਜ ਮੈਂ ਕਹਿੰਦਾ ਸ਼ੰਟੀ ਜੀ ਨੂੰ ਵਧਾਈ ਦੇਣਾ ਚਾਹਾਂਗੇ, ਉਹਨਾਂ ਦੀ ਘਰ ਵਾਪਸੀ ਹੋਈ ਹੈ। ਅੱਜ ਅਸੀਂ ਮੋਢੇ ਨਾਲ ਮੋਢਾ ਮਿਲਾ ਕੇ ਸ਼ੰਟੀ ਜੀ ਨਾਲ, ਸ਼੍ਰੋਮਣੀ ਅਕਾਲੀ ਦਿੱਲੀ ਨਾਲ ਸਾਰਾ ਮੋਢਾ ਮਿਲਾ ਕੇ ਅਸੀਂ ਜਿਹੜਾ ਗੋਲਕ ਚੋਰੀ ਦਾ ਕੰਮ ਹੈ ਉਹਨੂੰ ਰੋਕਾਂਗੇ। ਤੇ ਸੰਗਤ ਨੂੰ ਸੁਚੇਤ ਕਰਾਂਗੇ ਕਿ ਬਾਦਲਾਂ ਤੋਂ ਬਚੋ, ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੌਮ ਦਾ ਹੋਰ ਬੜਾ ਕਾਂਡ ਹੋ ਜਾਣਾ। ਗੋਲਕ ਚੋਰੀ ਦੇ ਵੀ ਇਲਜ਼ਾਮ ਤੁਸੀਂ ਗੱਲ ਕਰ ਰਹੇ ਹੋ, ਪਰ ਸ਼ੰਟੀ ਜੀ ਤੇ ਵੀ ਜਿਹੜਾ ਹੈਗਾ ਸਬਜ਼ੀ ਦੇ ਸਕੈਂਡਲ ਦੇ ਇਲਜ਼ਾਮ ਅਜੇ ਵੀ ਲੱਗੇ ਹੋਏ ਆ। ਤੇ ਕੀ ਉਸ ਨੂੰ ਕਿੱਦਾਂ ਤੁਸੀਂ ਜਿਹੜਾ ਹੈਗਾ ਸਾਬਤ ਕਰੋਗੇ ਕਿ ਬਈ ਉਹਦੇ ਉੱਪਰ ਕੀ ਸਫਾਈ ਲੈ ਕੇ ਸੰਗਤ 'ਚ ਜਾਓਗੇ? ਮੈਨੂੰ ਲੱਗਦਾ ਮੈਨੂੰ ਇਸ ਤੇ ਬੋਲਣ ਦੀ ਤੁਹਾਨੂੰ ਜਵਾਬ ਦੇਣ ਦੀ ਲੋੜ ਨਹੀਂ। ਤੁਸੀਂ ਆਪ 7 ਸਾਲ ਤੋਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਸ਼ੰਟੀ ਜੀ ਨੂੰ ਆਪ ਹੀ ਕਲੀਨ ਚਿੱਟ ਦਿੱਤੀ ਹੋਏਗੀ। ਸ਼ੰਟੀ ਜੀ ਕੋਈ ਗਲਤੀ ਨਹੀਂ ਹੈਗੀ, ਬਿਲਕੁਲ ਕਲੀਨ ਹੈ। ਚਿੱਠੀਆਂ ਦਿੱਤੀਆਂ ਹੋਈਆਂ ਕੋਰਟ ਕਚਹਿਰੀ ਦੇ ਵਿੱਚ, ਸਭ ਕੁਝ ਲੈਟਰ ਤਾਂ ਸਾਨੂੰ ਇਸ ਤੇ ਦੱਸਣ ਦੀ ਕੋਈ ਲੋੜ ਹੀ ਨਹੀਂ ਹੈ। ਆਪ ਹੀ ਬਾਦਲ ਨੇ ਸਰਨਾ ਸਾਹਿਬ ਨੂੰ ਜਿਹੜੇ ਜਿੱਤੇ ਇਲਜ਼ਾਮ ਲਾਉਂਦੇ ਸੀਗੇ ਸ਼ੰਟੀ ਜੀ ਤੇ, ਉਹਨਾਂ ਨੂੰ ਬਿਲਕੁਲ ਕਲੀਅਰ ਕੀਤਾ ਹੋਇਆ ਆਪ ਹੀ ਉਹਨਾਂ ਨੇ ਕੀਤਾ। ਤੇ ਫਿਰ ਕੀ ਇਲਜ਼ਾਮਬਾਜ਼ੀ ਲਾਵਾਂਗੇ? ਮੈਂ ਜਵਾਬ ਸ਼ਾਇਦ ਤੁਹਾਡੇ ਕੋਲ ਆਪ ਹੀ ਜਵਾਬ ਹੈ ਕਿ ਤੁਸੀਂ ਆਪ ਹੀ ਜਵਾਬ ਲਿੱਤੇ ਹੋਏ। ਕੀ ਕਹਿਣਾ ਚਾਹੋਗੇ ਕਿ ਅਮਰੀਕ ਸਿੰਘ ਜੀ ਤੁਸੀਂ ਇੱਥੇ ਆਏ ਹੋ, ਪ੍ਰੋਗਰਾਮ ਕੀਤਾ ਗਿਆ, ਸੰਗਤ ਇੱਥੇ ਆਈ ਹੈ, ਸ਼ੰਟੀ ਜੀ ਦੇ ਆਉਣ ਨਾਲ ਕੀ ਫਾਇਦਾ ਮਿਲੇ? ਦੇਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਜਲਦੀ ਜਿੰਨੀ ਵੀ ਕੱਲ੍ਹ ਇੱਕ ਮੀਟਿੰਗ ਹੋਈ ਸਿੰਘ ਸਭਾ ਦੀ, ਜਿਹਦੇ ਵਿੱਚ ਕੱਲ੍ਹ ਰਕਾਬਗੰਜ ਲੱਕੀ ਸ਼ਾਹ ਮੰਜਾਰਾ ਆਇਆ, ਹਾਲ ਹੀ 'ਚ ਬਾਦਲ ਧੜੇ ਦੀ ਇੱਕ ਮੀਟਿੰਗ ਹੋਈ। ਉਹਦੇ ਵਿੱਚ ਜਿੰਨੀਆਂ ਸਿੰਘ ਸਭਾਵਾਂ ਨੇ, ਘੱਟੋ ਘੱਟ ਮੇਰੇ ਹਿਸਾਬ ਨਾਲ ਦਿੱਲੀ ਦੇ ਵਿੱਚ 500 ਕੁਛ ਸਿੰਘ ਸਭਾਵਾਂ ਰਜਿਸਟਰ ਨੇ, ਪਰ ਉਹਨਾਂ ਦੇ ਬੁਲਾਣੇ ਦੇ ਉੱਤੇ ਸਿਰਫ ਤੇ ਸਿਰਫ ਮੇਰੇ ਹਿਸਾਬ ਨਾਲ 25 ਬੰਦੇ ਉਸ ਮੀਟਿੰਗ ਹੀ ਪਹੁੰਚੇ। ਇੱਥੋਂ ਤੁਸੀਂ ਆਪ ਲਾ ਸਕਦੇ ਹੋ ਕਿ ਆਉਣ ਵਾਲੀ ਜਿਹੜੀ ਚੋਣ ਆਣੀ ਹੈ 2021 ਦੇ ਵਿੱਚ, ਉਸ ਚੋਣ ਦੇ ਵਿੱਚ ਇਹਨਾਂ ਨੂੰ ਇਹਦਾ ਨਤੀਜਾ ਆਪ ਹੀ ਦਿਖ ਜਾਣਾ ਕਿ ਸੰਗਤ ਬਹੁਤ ਜ਼ਿਆਦਾ ਇਹਨਾਂ ਤੋਂ ਨਾਰਾਜ਼ ਔਰ ਅਤੇ ਇਹਨਾਂ ਦੀ ਵਿਰੋਧਤਾ ਕਰਦੀ ਹੈ, ਕਿਉਂਕਿ ਇਹ ਬਾਦਲ ਧੜਾ ਹਮੇਸ਼ਾ ਹੀ ਝੂਠ ਹੀ ਬੋਲਦਾ ਰਿਹਾ। ਅੱਜ ਤੱਕ ਸਾਬਿਤ ਹੀ ਨਹੀਂ ਕਰ ਪਾਇਆ ਕਿ ਪਾਰਕਿੰਗ ਵੇਚੀ ਜਾਂ ਬਾਲਾ ਸਾਹਿਬ ਗੁਰਦੁਆਰੇ ਦਾ ਜਿਹੜਾ ਹਸਪੀਟਲ ਸੀ ਉਹ ਵੇਚਿਆ। ਇਹ ਪਤਾ ਹੀ ਨਹੀਂ ਕਰ ਪਾਏ, ਨਾ ਕੁਝ ਆਪਣਾ ਪਰਚਾ ਦਿਖਾ ਪਾਏ। ਇਹਨਾਂ ਦਾ ਝੂਠ ਅੱਜ ਸੰਗਤ ਦੇ ਸਾਹਮਣੇ ਵੇ। ਇਸੇ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਪਾਰਟੀ ਦੇ ਵਿੱਚ ਸ਼ੰਟੀ ਜੀ ਦੀ ਆਪਣੀ ਵਾਪਸੀ ਹੋਈ ਹੈ। ਮੈਂ ਉਹਨਾਂ ਨੂੰ ਵਧਾਈਆਂ ਦੇਵਾਂਗਾ ਔਰ ਆਪ ਜੀ ਦੇ ਚੈਨਲ ਦੇ ਰਾਹੀਂ, ਅਕਾਲ ਚੈਨਲ ਦੇ ਰਾਹੀਂ ਸਾਰੀ ਸੰਗਤਾਂ ਨੂੰ ਕਹਾਂਗਾ ਵੱਧ ਚੜ੍ਹ ਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਸਰਨਾ ਪਾਰਟੀ ਨਾਲ ਜੁੜੋ, ਜੋ ਆਉਣ ਵਾਲੀ ਚੋਣਾਂ ਦੇ ਵਿੱਚ ਉਹਦੇ ਅੱਛੇ ਨਤੀਜੇ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਮਨਦੀਪ ਸਿੰਘ ਸੋਨੂ ਦਿੱਲੀ ਦੇ ਯੂਥ ਦੇ ਪ੍ਰਧਾਨ ਨੇ ਅਕਾਲੀ ਦਲ ਦਿੱਲੀ ਦੇ, ਉਹਨਾਂ ਨਾਲ ਜੁੜਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੰਟੀ ਜੀ ਦੀ ਪਾਰਟੀ ਦੇ ਵਿੱਚ ਹੁਣ ਜੋ ਸ਼ਾਮੂਲੀਅਤ ਆਈ ਹੈ, ਕਿਸ ਤਰੀਕੇ ਦੇਖਦੇ ਹੋ? ਅਸੀਂ ਸਰਦਾਰ ਗੁਰਮੀਤ ਸਿੰਘ ਸ਼ੰਟੀ ਜਿਨ੍ਹਾਂ ਨੇ ਅੱਜ ਘਰ ਵਾਪਸੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿੱਚ, ਉਹਨਾਂ ਦਾ ਭਰਪੂਰ ਸਵਾਗਤ ਕਰਦੇ ਹਾਂ। ਜਿਹੜੀ ਲੜਾਈ ਅਕਾਲੀ ਦਲ ਦਿੱਲੀ ਪਿਛਲੇ 7-8 ਸਾਲਾਂ ਤੋਂ ਲੜ ਰਿਹਾ ਸੀ ਕਰਪਸ਼ਨ ਲਈ, ਦਿੱਲੀ ਦੇ ਜਿੰਨੇ ਅਦਾਰੇ ਸੀ ਉਹਨਾਂ ਨੂੰ ਬਚਾਉਣ ਲਈ, ਦਿੱਲੀ ਦੀ ਗੁਰੂ ਘਰ ਦੀ ਗੋਲਕਾਂ ਨੂੰ ਬਚਾਉਣ ਲਈ, ਆਪਣੇ ਇਤਿਹਾਸ ਨੂੰ, ਮਰਿਆਦਾ ਨੂੰ ਕਾਇਮ ਕਰਨ ਲਈ, ਉਸ ਨੂੰ ਅੱਜ ਬਹੁਤ ਵੱਡਾ ਬਲ ਮਿਲਿਆ। ਕਿਉਂਕਿ ਸ਼ੰਟੀ ਜੀ ਵੀ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਕਰਪਸ਼ਨ ਦੀ ਲੜਾਈ ਹੈ ਉਹ ਲੜਦੇ ਪਏ ਸੀਗੇ। ਤੇ ਇਹ ਦਿੱਲੀ ਦੀ ਸੰਗਤ ਦਾ ਵੀ ਬਹੁਤ ਫਾਇਦਾ ਹੋਏਗਾ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਤੇ ਹੋਏਗਾ ਹੀ ਹੋਏਗਾ ਕਿ ਅਦਾਰੇ ਵੀ ਬਚਣਗੇ, ਗੁਰਧਾਮ ਵੀ ਬਚਣਗੇ, ਮਰਿਆਦਾ ਵੀ ਬਚੇਗੀ, ਜਿਹੜੇ ਦਿੱਲੀ ਦੇ ਵਿੱਚ ਇੰਨਾ ਵੱਡਾ ਕਾਂਡ ਹੋ ਰਿਹਾ ਸੀਗਾ। ਜਦੋਂ ਇਲੈਕਸ਼ਨ ਨੇੜੇ ਆਉਂਦੇ ਆ ਤੇ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ। ਤੁਹਾਡੇ ਵੀ 4 ਬੰਦੇ ਛੱਡ ਕੇ ਕਿਤੇ ਹੋਰ ਚਲੇ ਜਾਂਦੇ, ਤੁਸੀਂ ਵੀ ਕਿਸੇ ਹੋਰ ਦੇ ਜਿਹੜੇ ਹੈ ਨਾ ਛਡਾ ਕੇ ਤੇ ਆਪਣੇ ਕੋਲ ਲੈ ਆਉਂਦੇ ਹੋ। ਇਹ ਜੋੜ ਤੋੜ ਦੀ ਰਾਜਨੀਤੀ ਚੱਲੇਗੀ। ਨੈਕਸਟ ਤੁਸੀਂ ਕਿਸ ਤਰੀਕੇ ਦੇਖਦੇ ਹੋ? ਸ਼ੰਟੀ ਜੀ ਤਾਂ ਅੱਜ ਆਏ ਆ, ਹੋਰ ਤੁਹਾਡੇ ਨੈਕਸਟ ਵੀ ਕੋਈ ਟਾਰਗੇਟ ਰੱਖੇ ਹੋਣਗੇ? ਸਾਡੇ ਅਕਾਲੀ ਦਲ ਦਿੱਲੀ ਦੇ ਜਿਹੜੇ ਪ੍ਰਧਾਨ ਸਾਹਿਬ ਹੈ ਸਰਦਾਰ ਪਰਮਜੀਤ ਸਿੰਘ ਸਰਨਾ, ਇਹਨਾਂ ਨੇ ਇੱਕ ਗੱਲ ਬਹੁਤ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹੀ ਸੀ,
ਕੋਈ ਵੀ ਦਿੱਲੀ ਦਾ ਗੁਰਸਿੱਖ ਜਾਂ ਮੈਂਬਰ ਜਾਂ ਕੋਈ ਵੀ ਇਨਸਾਨ ਹੈ ਜਿਹੜਾ ਉਹ ਕਰਪਸ਼ਨ ਦੇ ਖਿਲਾਫ, ਜੇ ਗੁਰੂ ਮਰਿਆਦਾ ਜਿਹੜਾ ਕਾਨ ਹੋ ਰਿਹਾ ਉਹਦੇ ਖਿਲਾਫ ਆਪਣੀ ਲੜਾਈ ਲੜਨਾ ਚਾਹੁੰਦਾ ਹੈ ਤੇ ਉਹਦੀ ਅਕਾਲੀ ਦਲ ਦਿੱਲੀ ਦੇ ਵਿੱਚ ਅਸੀਂ ਉਹਦਾ ਸਵਾਗਤ ਕਰਾਂਗੇ। ਤੇ ਉਸ ਗੱਲ ਨੂੰ ਦੇਖਦੇ ਹੋਏ ਜਿਹੜੇ ਗੁਰਮੀਤ ਸਿੰਘ ਸ਼ੰਟੀ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਤੇ ਅੱਜ ਵੀ ਪ੍ਰਧਾਨ ਸਾਹਿਬ ਨੇ ਇਹੀ ਗੱਲ ਕਹੀ ਹੈ ਵੀ ਕੋਈ ਵੀ ਗੁਰਸਿੱਖ ਬੰਦਾ ਜਿਹੜੀ ਗੁਰੂ ਦੀ ਮੱਤ ਨੂੰ ਮੰਨਦਾ ਹੈ, ਜਿਹੜੀ ਗੁਰੂ ਦੀ ਗੋਲਕ ਨੂੰ ਬਚਾਉਣਾ ਚਾਹੁੰਦਾ ਹੈ, ਜਿਹੜਾ ਅਦਾਰਿਆਂ ਨੂੰ ਬਚਾਉਣਾ ਚਾਹੁੰਦਾ ਹੈ, ਉਹ ਅਕਾਲੀ ਦਲ ਦਿੱਲੀ ਨਾਲ ਜੁੜਨਾ ਚਾਹੁੰਦਾ ਹੈ, ਅਸੀਂ ਉਹਦਾ ਜ਼ਰੂਰ ਸਵਾਗਤ ਕਰਾਂਗੇ। ਇਹ ਕੋਈ ਰਾਜਨੀਤੀ ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਕੋਈ ਗੱਲ ਨਹੀਂ ਹੈ। ਸਾਡੇ ਨਾਲ ਜੁੜ ਕੇ ਰਮਨਦੀਪ ਸਿੰਘ ਸੋਨੂ ਔਰ ਲਗਾਤਾਰ ਕਹਿ ਰਹੇ ਹੈ ਕਿ ਜੋੜ ਤੋੜ ਦੀ ਰਾਜਨੀਤੀ ਜਿਹੜੀ ਹੈਗੀ ਹੈ ਵੈਸੇ ਵੀ ਉਹ ਪਾਰਟ ਆਫ ਦਾ ਇਲੈਕਸ਼ਨਸ ਇੱਕ ਤਰੀਕੇ ਤੋਂ ਮੰਨੀ ਜਾਂਦੀ ਹੈ, ਕੁਝ ਛੱਡ ਕੇ ਜਾਂਦੇ ਕੁਝ ਵਾਪਸ ਆਉਂਦੇ। ਉਹ ਦੇਖਣਾ ਹੈ ਕਿ ਗੁਰਮੀਤ ਸਿੰਘ ਸ਼ੰਟੀ ਕੀ ਅਕਾਲੀ ਦਲ ਦਿੱਲੀ ਵਾਸਤੇ ਕੋਈ ਸੰਜੀਵਨੀ ਬੂਟੀ ਬਣ ਕੇ ਆਏਗਾ ਜਾਂ ਕਿਤੇ ਉਹਨਾਂ ਦੇ ਉੱਪਰ ਜੋ ਲੱਗੇ ਐਲੀਗੇਸ਼ਨ ਕਿਤੇ ਅਕਾਲੀ ਦਲ ਦਿੱਲੀ ਨੂੰ ਥੱਲੇ ਵੱਲ ਨਾ ਲੈ ਜਾਣ। ਇਹ ਦੇਖਣਾ ਰਹੇਗਾ ਆਉਣ ਵਾਲੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ। ਦੇਖਦੇ ਰਹੋ ਅਕਾਲ ਚੈਨਲ। ਕੈਮਰਾਮੈਨ ਜਸਪੀਰ ਸਿੰਘ ਦੇ ਨਾਲ ਦਾਸ ਗੁਰਪ੍ਰੀਤ ਸਿੰਘ ਕੋਈ ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। बोल